ਸੁੱਚ ਭੇਟ ਜਾਤੀ ਪ੍ਰਥਾ ਨਾਲ ਜੁੜੇ ਵਹਿਮਾਂ ਭਰਮਾਂ ਨੂੰ ਤੋੜਨ ਲਈ ਗੁਰੂ ਅਮਰਦਾਸ ਨੇ ਪਹਿਲੇ ਪੰਗਤ ਪਾਛੇ ਸੰਗਤ ਦਾ ਨਿਯਮ ਕਾਇਮ ਕੀਤਾ। ਲੰਗਰ ਨੂੰ ਵੀ ਪੰਗਤ ਕਹਿਣਾ ਸ਼ੁਰੂ ਹੋ ਗਿਆ। ਇਹ ਗੁਰੂ ਅਮਰਦਾਸ ਸਮੇਂ ਗੁਰੂ ਅਮਰਦਾਸ ਸਾਹਿਬ ਤੋਂ ਜਿਹੜੀ ਹੈ ਇਹ ਜਿਹੜੀ ਪ੍ਰਥਾ ਚੱਲੀ। ਪੰਗਤ ਦਾ ਮਤਲਬ ਸਮਾਨਤਾ ਹੁੰਦਾ ਔਰ ਜਿਹੜੀ ਗੁਰੂ ਘਰ ਦੀ ਮਾਤਾ ਖੀਵੀ ਜਿਹਦਾ ਜ਼ਿਕਰ ਇੱਥੇ ਅਸੀਂ ਕਈ ਵਾਰੀ ਕੀਤਾ, ਫਸਟ ਵੂਮਨ ਸੰਚਾਲਕ, ਪਹਿਲੇ ਉਹ ਬੀਬੀ ਸੀ, ਫੀਮੇਲ ਸਨ ਜਿਹੜੇ ਗੁਰੂ ਪਾਤਸ਼ਾਹ ਦੇ ਲੰਗਰ ਦੇ ਵਿੱਚ ਉਹਨਾਂ ਨੇ ਜੋ ਹੈ ਸੰਚਾਲਕ ਬਣੇ। ਉਹ ਡਾਕਟਰ ਅੰਬੇਡਕਰ ਜਿਨ੍ਹਾਂ ਨੇ ਇੰਡੀਅਨ ਜਿਹੜਾ ਕੌਨਸਟੀਟਿਊਸ਼ਨ ਹੈ ਇਹ ਬਣਾਇਆ ਹੈ, ਉਹਨਾਂ ਨੇ ਇੱਕ ਗੱਲ ਲਿਖੀ ਔਰ ਬੜੀ ਉਹ ਅਹਿਮ ਗੱਲ ਹੈ ਔਰ ਪੜ੍ਹਨ ਅਤੇ ਲਿਖਣ ਵਾਲੀ ਗੱਲ ਹੈ। ਉਹ ਕਹਿੰਦੇ ਨੇ ਕਿ ਭਾਰਤ ਦਾ ਸੰਵਿਧਾਨ ਜਿਹੜਾ ਹੈ ਉਹਨਾਂ ਨੇ ਜਦੋਂ ਲਿਖਿਆ ਤਾਂ ਨਾਲ ਇੱਕ ਟਿੱਪਣੀ ਜਿਹੜੀ ਅਲੱਗ ਉਹਨਾਂ ਨੇ ਕੀਤੀ। ਕਹਿੰਦੇ ਨੇ ਕਿ ਭਾਰਤ ਦੀ 80% ਵਸੋਂ ਜਾਂ ਆਬਾਦੀ ਅਧਿਕਾਰਹੀਨ ਜੀਵਨ ਬਤੀਤ ਕਰਨ ਲਈ ਮਜਬੂਰ ਹੁੰਦੇ ਹਨ। ਭਾਰਤੀ ਸਮਾਜ ਨੂੰ ਦੋ ਗੱਲਾਂ ਨੇ ਹਮੇਸ਼ਾ ਜਾਂ ਕਦੇ ਵੀ ਇੱਕ ਹੋਣ ਨਹੀਂ ਦਿੱਤਾ। ਉਹ ਦੋ ਗੱਲਾਂ ਕਿਹੜੀਆਂ ਨੇ? ਇੱਕ ਤਾਂ ਉਹ ਕਹਿੰਦੇ ਇੰਟਰਕਾਸਟ ਵੈਡਿੰਗ, ਅੰਤਰ ਜਾਤੀ ਵਿਆਹ, ਔਰ ਇੱਕ ਇੰਟਰ ਡਾਈਨਿੰਗ ਜਿਹੜੀ ਅੱਜ ਦੇ ਸਾਡੇ ਵਿਸ਼ੇ ਨਾਲ ਜਿਹੜੀ ਸੰਬੰਧਿਤ ਹੈ, ਇੰਟਰ ਡਾਈਨਿੰਗ ਤੇ ਪਾਬੰਦੀ, ਕਿ ਰਲ ਮਿਲ ਕੇ ਇਕੱਠੇ ਬੈਠ ਕੇ ਖਾਣਾ ਖਾਣ ਦੀ ਪਾਬੰਦੀ। ਇਹ ਜਿਹੜੇ ਪੁਰਾਣਾ ਅਗਰ ਅਸੀਂ ਆਪਣਾ ਇਤਿਹਾਸ ਦੇਖੀਏ, ਅੱਜ ਗੱਲ ਵੀ ਹੋ ਰਹੀ ਸੀ ਕਿ ਪਾਣੀਪਤ ਦੀ ਜਿਹੜੀ ਲੜਾਈ ਮਰਹੱਟੇ ਹਾਰੇ, ਕਿੱਥੇ ਨਾ ਕਿੱਥੇ ਛੂਆ-ਛਾਤ ਬਹੁਤ ਵੱਡਾ ਇੱਕ ਕਾਰਨ ਸੀ ਪਿੱਛੇ, ਕਿ ਹਰ ਮਰਹੱਟੇ ਨੇ ਆਪਣੀ ਖਾਣ ਦੀ ਥਾਲੀ ਅਲੱਗ ਹਰ ਘੋੜੇ ਨਾਲ ਆਪ ਬੰਨੀ ਹੋਈ ਸੀ ਕਿ ਅਲੱਗ-ਅਲੱਗ ਖਾਣਾ ਹੈ, ਇਕੱਠੇ ਇੱਕ ਥਾਂ 'ਤੇ ਨਹੀਂ ਖਾਣਾ। ਜਿਹੜੀ ਕਿ ਪੰਗਤੀ ਦਾ ਸੰਕਲਪ ਜਿਹੜਾ ਹੈ ਜਾਂ ਲੰਗਰ ਦਾ ਸੰਕਲਪ ਜਿਹੜਾ ਹੈ ਉਹ ਸਾਨੂੰ ਇਹ ਸਿਖਾਉਂਦਾ ਕਿ ਇਕੱਠੇ ਬੈਠ ਕੇ ਨਾਲ ਮਿਲ ਕੇ ਇੱਕੋ ਪੰਗਤ ਵਿੱਚ ਬੈਠ ਕੇ ਜਿਹੜੀ ਖਾਣ ਦੀ ਗੱਲ ਹੈ। ਹੁਣ ਅਗਲੀ ਗੱਲ ਵਿਦਵਾਨ ਇਹ ਕਹਿੰਦੇ ਨੇ ਕਿ ਕੋਈ ਵੀ ਇਨਕਲਾਬ ਜਾਂ ਤਬਦੀਲੀ ਉਸ ਸਮੇਂ ਤੱਕ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਆਈਡੀਓਲੋਜੀ ਨਾ ਹੋਵੇ ਔਰ ਆਰਗੇਨਾਈਜੇਸ਼ਨ ਨਾ ਹੋਵੇ। ਦੋ ਚੀਜ਼ਾਂ ਇਨਕਲਾਬ ਲਈ ਜਾਂ ਤਬਦੀਲੀ ਲਈ ਜ਼ਰੂਰੀ ਹੁੰਦੀਆਂ, ਇੱਕ ਤਾਂ ਕੋਈ ਆਰਗੇਨਾਈਜੇਸ਼ਨ ਔਰ ਇੱਕ ਆਈਡੀਓਲੋਜੀ। ਔਰ ਆਰਗੇਨਾਈਜੇਸ਼ਨ ਬਿਨਾਂ ਆਈਡੀਓਲੋਜੀ ਦੀ ਚੱਲ ਹੀ ਨਹੀਂ ਸਕਦੀ। ਇਹ ਦੋਨੋਂ ਗੱਲਾਂ ਜਿਹੜੀਆਂ ਨੇ ਇਹ ਜਿਹੜੀ ਗੱਲਾਂ ਗੁਰੂ ਸਾਹਿਬ ਨੇ ਸ਼ੁਰੂ ਕੀਤੀਆਂ। ਔਰ ਧਰਮ ਜਿਹੜਾ ਹੈ ਮਨੁੱਖ ਨੂੰ ਸਪਿਰਚੁਅਲਿਟੀ ਤੱਕ ਸੀਮਤ ਨਾ ਰੱਖ ਕੇ ਸਗੋਂ ਯੋਗਤਾ ਜਿਹੜੀ ਹੈ ਨਾ ਵਰਥੀਨੈਸ ਜਿਹੜੀ ਹੈ ਉੱਥੋਂ ਤੱਕ ਵੀ ਲੈ ਕੇ ਜਾਂਦਾ। ਔਰ ਗੁਰੂ ਨਾਨਕ ਨੇ ਜਿਹੜਾ ਸੰਗਤ ਦਾ ਕੰਸੈਪਟ ਦਿੱਤਾ, ਹੁਣ ਜਿਹੜੀ ਪੰਗਤੀ ਤੋਂ ਬਾਅਦ ਮੈਂ ਹੁਣ ਸੰਗਤ 'ਤੇ ਆਇਆ, ਇਹ ਲੋਕਾਂ ਦੀ ਇਸ ਸੰਗਤ ਦੇ ਕੰਸੈਪਟਾਂ ਲੋਕਾਂ ਦੀ ਮਾਨਸਿਕਤਾ ਜਿਹੜੀ ਹੈ ਉਹ ਬਦਲ ਕੇ ਰੱਖ ਦਿੱਤੀ ਔਰ ਇੱਕ ਤਰ੍ਹਾਂ ਵਿਸ਼ੇਸ਼ ਤਰ੍ਹਾਂ ਦਾ ਇੱਕ ਅਲੱਗ ਤਰ੍ਹਾਂ ਦਾ ਇੱਕ ਭਾਈਚਾਰਾ ਕਾਇਮ ਕਰ ਦਿੱਤਾ। ਸਿੱਧਾ ਨੇ ਗੁਰੂ ਨਾਨਕ ਸਾਹਿਬ ਨੂੰ ਕਿਹਾ ਸੀ ਤੇਰੇ 'ਚ ਕੋਈ ਕਰਾਮਾਤ, ਤੇ ਉਹਨਾਂ ਨੇ ਕਿਹਾ ਮੇਰੇ ਕੋਲ ਤਾਂ ਕਰਾਮਾਤ ਜਿਹੜੇ ਹੈ ਉਹ ਇਹ ਹੈ ਕਿ ਇੱਕ ਸੰਗਤ ਅਤੇ ਬਾਣੀ, ਸ਼ਬਦ ਗੁਰੂ ਦੀ ਕਰਾਮਾਤ ਤੇ ਸੰਗਤ ਦੀ ਕਰਾਮਾਤ। ਔਰ ਸੰਗਤ ਦੀ ਗੱਲ ਜਦੋਂ ਕੀਤੀ ਹੈ ਤਾਂ ਇਹ ਸੰਗਤ ਹੋਰ ਵੀ ਧਰਮਾਂ ਦੇ ਵਿੱਚ, ਜਿਵੇਂ ਬੁੱਧਿਜ਼ਮ ਵਿੱਚ ਸੰਘ ਕਿਹਾ ਜਾਂਦਾ ਔਰ ਇਹ ਪਾਲੀ ਭਾਸ਼ਾ ਦਾ ਸ਼ਬਦ ਹੈ ਸੰਗਤ। ਇਹ ਸ਼ਬਦ ਸੰਘ ਦਾ ਪੰਜਾਬੀ ਤੇ ਵਿਕਸਿਤ ਰੂਪ ਹੈ। ਸੰਗਤ ਤੋਂ ਭਾਵ ਸੰਗਠਨ ਜਾਂ ਜਥੇਬੰਦੀ, ਤੋਂ ਕਿਸੇ ਦਾ ਸੰਗ ਕਰਨਾ, ਕਿਸੇ ਦੀ ਕੰਪਨੀ ਕਰਨਾ ਨੂੰ ਵੀ ਸੰਗਤ ਅਸੀਂ ਕਹਿ ਸਕਦੇ ਹਾਂ। ਸਿੱਖੀ ਵਿੱਚ ਜਾਂ ਗੁਰੂ ਨਾਨਕ ਦੀ ਜਿਹੜੀ ਫਿਲਾਸਫੀ ਹੈ ਉਹ ਹੈ ਉਹਦੇ ਵਿੱਚ ਇਕਾਂਤ ਜਾਂ ਇਕਾਂਤਵਾਸ ਦਾ ਕੋਈ ਸਥਾਨ ਨਹੀਂ ਹੈ। ਇਹ ਗੱਲ ਬੜੀ ਸਮਝਣ ਦੀ ਗੱਲ ਹੈ। ਔਰ ਧਰਮ ਗੁਰੂ ਨਾਨਕ ਦਾ ਧਰਮ ਇੰਡੀਵਿਜੂਅਲ ਨਹੀਂ ਹੈ, ਗੁਰੂ ਨਾਨਕ ਦਾ ਧਰਮ ਸੋਸ਼ਲ ਸੁਸਾਇਟੀ ਵਾਲਾ ਧਰਮ ਹੈ। ਤੋ ਇਕਾਂਤ ਔਰ ਇਕਾਂਤਵਾਸ ਦਾ ਜਿਹੜਾ ਗੱਲ ਹੈ ਉਸ ਨੂੰ ਰੱਦ ਕੀਤਾ ਗਿਆ ਔਰ ਸਮਾਜਿਕ ਰਾਜਨੀਤਿਕ ਨਿਸ਼ਾਨੇ ਵਾਲਾ ਇਹ ਮਤ ਹੈ। ਤਾਂ ਹੀ ਜਿਵੇਂ ਕੱਲ੍ਹ ਅਸੀਂ ਕਨਸੈਪਟ ਆਫ ਸਟੇਟ ਕੀਤਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਇਸ ਲਈ ਸਿੱਖੀ ਵਿੱਚ ਆਪਣੇ ਅਨੁਯਾਈਆਂ ਨੂੰ ਸਮਾਜ ਵਿੱਚ ਵਿਚਰਨ ਦੀ ਆਗਿਆ ਦਿੰਦੀ ਹੈ। ਔਰ ਸਿੱਖੀ ਧਰਮ ਅਨੁਸਾਰ ਪਰਮਾਤਮਾ ਕਿਸੇ ਵਿਸ਼ੇਸ਼ ਥਾਂ 'ਤੇ ਨਹੀਂ ਰਹਿੰਦਾ, ਬਲਕਿ ਬਲਿਹਾਰੀ ਕੁਦਰਤ ਵਸਿਆ ਦੀ ਗੱਲ ਜਿਹੜੀ ਹੈ, ਬਲਕਿ ਸੰਗਤ ਵਿੱਚ ਰਹਿੰਦਾ। ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਇਹ ਸਾਰੀਆਂ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਬੜੀਆਂ ਸੋਚਣ ਵਾਲੀਆਂ ਨੇ। ਭਾਈ ਗੁਰਦਾਸ ਅਨੁਸਾਰ ਬੜੀ ਖੂਬਸੂਰਤ ਲਾਈਨ ਉਹਨਾਂ ਲਿਖੇ, ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ, ਕਿ ਸੰਗਤ ਜਿਹੜਾ ਹੈ ਉਹਦੇ ਵਿੱਚ ਰੱਬ ਵਸਦਾ। ਔਰ ਬੜੀ ਵਾਰ ਅਸੀਂ ਕਹਿੰਦੇ ਹਾਂ ਨਾ, ਮੈਂ ਕਈ ਵਾਰੀ ਕਹਿੰਦੇ ਨੇ ਕਿ ਖੁਸ਼ੀ ਗਮੀ ਦੇ ਵਿੱਚ ਸੰਗਤ ਦਾ ਕੰਸੈਪਟ ਜਿਹੜਾ ਹੈ ਉਹ ਇਹੀ ਹੈ ਕਿ
ਇੱਕ ਤਾਂ ਜਿਹੜੀ ਸੰਗਤ ਦੀ ਅਰਦਾਸ ਹੈ, ਖਾਸ ਕਰਕੇ ਇਹਨੂੰ ਸੰਗਤੀ ਅਰਦਾਸ ਕਹਿੰਦੇ ਨੇ, ਕਈ ਅੰਤਿਮ ਅਰਦਾਸ ਕਹਿੰਦੇ ਨੇ, ਮੈਨੂੰ ਉੱਥੇ ਇਤਰਾਜ਼ ਹੁੰਦਾ ਹੈ, ਇਹ ਸੰਗਤੀ ਅਰਦਾਸ ਕਹਿਣਾ ਚਾਹੀਦਾ। ਤਾਂ ਜਿਹੜੀ ਸੰਗਤ ਦੀ ਅਰਦਾਸ ਹੈ ਇਹਦੀ ਬੜੀ ਮਹਿਮ ਹੈ ਗੁਰਮਤ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ। ਤਾਂ ਇਹ ਜਿਹੜੀ ਹੈ ਗੱਲ ਕਿ ਇਸਲਾਮ ਦੇ ਵਿੱਚ ਸੰਗਤ ਦੇ ਕਨਸੈਪਟ ਨੂੰ ਉਮਤ ਤੇ ਜਮਾਤ ਆਦਿ ਸ਼ਬਦ ਇਸਲਾਮ ਵਿੱਚ ਪ੍ਰਚਲਿਤ ਨੇ, ਔਰ ਬੁੱਧ ਧਰਮ ਵਿੱਚ ਮੈਂ ਤੁਹਾਨੂੰ ਕਿਹਾ ਕਿ ਸੰਘ ਦਾ ਵਰਡ ਜਿਹੜਾ ਹੈ ਇਹ ਸ਼ਬਦ ਜਿਹੜਾ ਹੈ, ਔਰ ਅੰਗਰੇਜ਼ੀ ਵਿੱਚ ਸੰਗਤ ਦੇ ਸੰਬੰਧ ਵਿੱਚ ਇੱਕ ਬੜਾ ਭਾਵਪੂਰਨ ਕਥਨ ਹੈ ਕਿ ਆਦਮੀ ਆਪਣੀ ਸੋਬਤ ਤੋਂ, ਆਪਣੀ ਕੰਪਨੀ ਤੋਂ ਪਹਿਚਾਣਿਆ ਜਾਂਦਾ ਹੈ। ਸੰਗਤ ਦਾ ਕਨਸੈਪਟ ਜਿਹੜਾ ਹੈ ਤੁਸੀਂ ਪਰਿਵਾਰ ਤੋਂ ਲੈ ਕੇ ਕੁਟੁੰਬ ਤੇ ਫਿਰ ਮਹੱਲਾ ਤੇ ਫਿਰ ਪੂਰਾ ਦਾ ਪੂਰਾ ਸ਼ਹਿਰ ਜਾਂ ਕੌਮੀ ਤੌਰ 'ਤੇ ਸੱਭਿਆਚਾਰ ਤੌਰ 'ਤੇ ਸੰਗਤ ਦਾ ਕਨਸੈਪਟ ਜਿਹੜਾ ਹੈ ਉਸ ਨੂੰ ਬੜਾ ਸਮਝਣਾ। ਜਰਮਨ ਦਾ ਇੱਕ ਬੜਾ ਵੱਡਾ ਫਿਲਾਸਫਰ ਹੋਇਆ ਗੋਇਟੇ, ਉਹਨੇ ਇੱਕ ਬੜੀ ਖੂਬਸੂਰਤ ਗੱਲ ਕਹੀ ਜਿਹਦੇ 'ਚੋਂ ਸੰਗਤ ਦੀ ਜਿਹੜੀ ਗੱਲ ਹੋਰ ਅਸੀਂ ਸੌਖੇ ਤਰੀਕੇ ਸਮਝ ਜਾਵਾਂਗੇ। ਉਹ ਕਹਿੰਦੇ ਨੇ ਕਿ ਮੈਨੂੰ ਦੱਸ ਦਿਓ ਕਿ ਤੁਸੀਂ ਕਿੰਨਾਂ ਲੋਕਾਂ ਵਿੱਚ ਬੈਠਦੇ ਹੋ, ਉੱਠਦੇ ਹੋ ਔਰ ਵਿਚਰਦੇ ਹੋ, ਮੈਂ ਤੁਹਾਨੂੰ ਦੱਸ ਦਿਆਂਗੇ ਤੁਸੀਂ ਕੌਣ ਹੋ ਔਰ ਤੁਹਾਡਾ ਸੁਭਾਅ ਕੀ ਹੈ ਔਰ ਤੁਸੀਂ ਕੈਸੇ ਹੋ। ਔਰ ਇਸੇ ਤਰ੍ਹਾਂ ਮੌਲਾਨਾ ਰੂਮੀ ਬੜੇ ਵੱਡੇ, ਇਹ ਵੀ ਇੱਕ ਵਿਦਵਾਨ ਵੀ ਹੋਏ ਨੇ ਔਰ ਬੜੇ ਸੂਫੀ ਜਿਹੜੇ ਨੇ, ਬੜੇ ਵੱਡੇ ਸੰਤ ਨੇ। ਇਟਲੀ ਵਿੱਚ ਸ਼ਾਇਦ ਅੱਜ ਰੂਮੀ ਪੜ੍ਹਾਉਣਾ ਮਸਟ ਹੋ ਗਿਆ ਕਿ ਰੂਮੀ ਪੜ੍ਹੇ ਬਿਨਾਂ ਕੋਈ ਬੰਦਾ ਕਾਲਜ ਤੋਂ ਬਾਹਰ ਨਹੀਂ ਆ ਸਕਦਾ, ਉਹਨੂੰ ਡਿਗਰੀ ਨਹੀਂ ਮਿਲੇਗੀ ਜਦ ਤੱਕ ਰੂਮੀ ਨਹੀਂ ਪੜ੍ਹਿਆ। ਇਸੇ ਤਰ੍ਹਾਂ ਹੋਬਰਟ ਯੂਨੀਵਰਸਿਟੀ 'ਚ ਮੈਂ ਦੱਸਿਆ ਹੈ ਕਿ ਵਿਦਾਊਟ ਕਲੀਅਰਿੰਗ ਦਾ ਰਿਲੀਜਨ ਸਬਜੈਕਟ ਯੂ ਕੈਨ ਨਾਟ ਗੈਟ BA ਡਿਗਰੀ। ਤਾਂ ਮੌਲਾਨਾ ਰੂਮੀ ਨੇ ਕਹਿੰਦੇ ਨੇਕ ਦੀ ਸੋਬਤ ਤੈਨੂੰ ਨੇਕ ਕਰ ਦੇਵੇਗੀ ਅਤੇ ਬਦ ਦੀ ਸੋਬਤ ਤੁਹਾਨੂੰ ਬਦ ਕਰ ਦੇਗੀ। ਇਹ ਸੰਗਤ ਦੀ ਗੱਲ ਜਿਹੜੀ ਗੱਲ ਕਰ ਰਹੇ ਹਾਂ। ਤਾਂ ਇਹ ਅੱਜ ਦਾ ਜਿਹੜਾ ਸਾਡਾ ਸੰਗਤ ਔਰ ਪੰਗਤ ਦਾ ਕਨਸੈਪਟ ਹੈ ਸਿੱਖੀਜ਼ਮ ਦੇ ਵਿੱਚ ਜਾਂ ਸੰਗਤ ਦਾ ਆਮ ਮਨੁੱਖਤਾ ਦੇ ਵਿੱਚ ਇਹਦੀ ਕੀ ਰੈਲੀਵੈਂਸ ਹੈ ਔਰ ਅਸੀਂ ਅੱਜ ਗਰਾਊਂਡ ਰਿਐਲਿਟੀ ਵਿੱਚ ਕੀ ਕਰ ਰਹੇ ਹਾਂ ਔਰ ਐਕਚੁਅਲੀ ਸਾਨੂੰ ਗੁਰੂ ਗ੍ਰੰਥ ਸਾਹਿਬ ਜਾਂ ਗੁਰਮਤ ਕੀ ਸੇਧ ਦੇ ਰਹੀ ਹੈ, ਉਸ ਵਿਸ਼ੇ 'ਤੇ ਅਸੀਂ ਅੱਜ ਗੱਲ ਕਰਨੀ ਹੈ। ਮੈਂ ਵੀਰ ਪ੍ਰਕਾਸ਼ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਇਹ ਸੰਗਤ ਔਰ ਪੰਗਤ ਦੇ ਕਨਸੈਪਟ ਬਾਰੇ ਗੱਲ ਕਰਨ। ਬਹੁਤ ਹੀ ਸਤਿਕਾਰਯੋਗ ਚੇਅਰਮੈਨ ਸਾਹਿਬ ਡਾਕਟਰ ਸਵਰਾਜ ਸਿੰਘ ਜੀ, ਭਾਵਨਾ ਮਲਿਕ ਜੀ, ਤੇ ਆਪ ਜਿੰਨੇ ਵੀ ਇਸ ਕੋਰਸ ਦੇ ਵਿੱਚ ਸ਼ਾਮਲ ਹੋ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਸਿੱਖਿਆ ਹੈ, ਜੋ ਉਪਦੇਸ਼ ਹਨ, ਜੋ ਹਰ ਇੱਕ ਪ੍ਰਾਣੀ ਮਾਤਰ ਦੇ ਭਲੇ ਵਾਸਤੇ ਹਨ, ਉਹਨਾਂ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤਾਂ ਜੋ ਸਮਝ ਕੇ ਤੇ ਉਹਨਾਂ ਨੂੰ ਆਪਣੇ ਜੀਵਨ ਦੇ ਵਿੱਚ ਅਪਲਾਈ ਕਰ ਸਕੀਏ, ਕਿਉਂਕਿ ਬਾਣੀ ਜੀਵਨ ਜਾਚ ਹੈ। ਤਾਂ ਆਪ ਸਾਰੇ ਹੀ ਸਤਿਕਾਰਯੋਗ ਸਤਿਕਾਰ ਸਹਿਤ ਜੋ ਫਤਿਹ ਹੈ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੇਅਰਮੈਨ ਸਾਹਿਬ ਜੀ ਨੇ ਅੱਜ ਦਾ ਜੋ ਕਨਸੈਪਟ ਹੈ, ਜੋ ਵਿਸ਼ਾ ਹੈ ਗੁਰਬਾਣੀ ਦੇ ਸੰਦਰਭ ਦੇ ਵਿੱਚ ਜੋ ਆਪਾਂ ਵਿਚਾਰਨ ਦਾ ਯਤਨ ਕਰਨਾ ਹੈ, ਭੂਮਿਕਾ ਦੇ ਰੂਪ ਦੇ ਵਿੱਚ ਕਾਫੀ ਕੁਝ, ਜਿਹਨੂੰ ਆਪਾਂ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਵੀ ਕਹਿੰਦੇ ਹਾਂ, ਅਤੇ ਇਹਨਾਂ ਨੇ ਇੱਦਾਂ ਦਾ ਆਪ ਜੀ ਦੇ ਸਾਹਮਣੇ ਉਹ ਸਾਰੀ ਇੱਕ ਰੂਪ ਰੇਖਾ ਰੱਖ ਦਿੱਤੀ ਹੈ ਕਿ ਇਹ ਜਿਹੜਾ ਸੰਕਲਪ ਗੁਰੂ ਸਾਹਿਬ ਜੀ ਨੇ ਸੰਗਤ ਅਤੇ ਪੰਗਤ ਦਾ ਬਖਸ਼ਿਸ਼ ਕੀਤਾ, ਉਹਦੇ ਪਿੱਛੇ ਸਿੱਖਿਆ ਕੀ ਹੈ, ਅੱਜ ਅਸੀਂ ਆਪਣੇ ਜੀਵਨ ਵਿੱਚ ਉਹਨੂੰ ਕਿੱਦਾਂ ਧਾਰਨ ਕਰਨਾ ਹੈ। ਅਤੇ ਜਦੋਂ ਗੁਰੂ ਸਾਹਿਬ ਜੀ ਨੇ ਇਹ ਸਾਰਾ ਕੁਝ ਬਖਸ਼ਿਸ਼ ਕੀਤਾ, ਉਸ ਤੋਂ ਪਹਿਲਾਂ ਕੀ ਹੋ ਰਿਹਾ ਸੀ, ਆਪਾਂ ਨੂੰ ਵਿਚਾਰੀਏ ਤਾਂ ਕਿ ਪਤਾ ਲੱਗੇ ਵੀ ਇਹ ਕਿੰਨਾ ਮਹਾਨ ਇਹ ਦੋ ਜਿਹੜੀਆਂ ਗੁਰੂ ਸਾਹਿਬ ਜੀ ਨੇ ਬਖਸ਼ਿਸ਼ਾਂ ਕੀਤੀਆਂ, ਜੇ ਦੋ ਇਹ ਗੱਲਾਂ ਸੰਸਾਰ ਦੇ ਸਾਹਮਣੇ ਰੱਖੀਆਂ। ਕਹਿਣ ਨੂੰ ਤੇ ਇਹ ਬੜਾ ਛੋਟਾ ਜਿਹਾ ਲੱਗਦਾ ਹੈ, ਪਰ ਇਹ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ ਗੁਰੂ ਸਾਹਿਬ ਜੀ ਦਾ, ਬਹੁਤ ਵੱਡਾ। ਜਿਹੜਾ ਸੰਗਤ ਸ਼ਬਦ ਹੈ, ਸੰਗ ਤੇ ਨਾਲ ਹੀ ਗਤੀ, ਇੱਥੋਂ ਦੋਨਾਂ ਤੋਂ ਬਣਿਆ ਸੰਗਤ, ਭਾਵ ਕਿ ਕਿਸੇ ਦਾ ਸੰਗ ਕਰਕੇ। ਗਤੀ ਦਾ ਅਰਥ ਕੀ ਹੁੰਦਾ ਹੈ? ਚੱਲਣਾ, ਮੂਵਮੈਂਟ ਕਰਨੀ, ਆਪਣੇ ਜੀਵਨ ਦੇ ਅੰਦਰ ਚੱਲਣ ਦੇ ਵਾਸਤੇ, ਭਾਵ ਅੱਗੇ ਵਧਣ ਦੇ ਵਾਸਤੇ, ਜੀਵਨ ਦੇ ਵਿੱਚ ਕੁਝ ਤਰੱਕੀ ਕਰਨ ਵਾਸਤੇ। ਜੀਵਨ ਦੇ ਵਿੱਚ ਕੋਈ ਸੰਗ ਚਾਹੀਦਾ ਹੈ, ਕਿਸੇ ਦਾ ਸਾਥ ਚਾਹੀਦਾ ਹੈ।
ਤੇ ਜਦੋਂ ਆਪਾਂ ਮੈਂ ਕਿਸੇ ਫਿਲਾਸਫਰ ਨੂੰ ਪੜ੍ਹ ਰਿਹਾ ਸਾਂ, ਜਦੋਂ ਇਹਦੇ ਬਾਰੇ ਲਿਖਦਾ ਉਹ ਕਹਿੰਦਾ ਵੀ ਇਹ ਜਿਹੜੀ ਸੰਗਤ ਭਾਵੇਂ ਸਾਡੇ ਇਸ ਦੇਸ਼ ਦੇ ਵਿੱਚ ਜਿਵੇਂ ਸਰ ਕਹਿ ਰਹੇ ਸਨ ਹੁਣੇ ਕਿ ਇਕਾਂਤ ਦੀ ਕੋਈ ਥਾਂ ਨਹੀਂ ਹੈ ਗੁਰਮਤਿ ਦੇ ਵਿੱਚ। ਜਿਹੜਾ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਹੈ, ਗੁਰਬਾਣੀ ਦਾ ਜਿਹੜਾ ਧਰਮ ਹੈ, ਜਿਹੜੀ ਸਿੱਖਿਆ ਉਹਦੇ ਵਿੱਚ ਇਕੱਲੇ ਰਹਿਣ ਦੀ ਕੋਈ ਪ੍ਰਥਾ ਨਹੀਂ ਵੀ ਤੁਸੀਂ ਇਕੱਲੇ ਰਹਿਣਾ, ਤੁਹਾਡਾ ਕਿਸੇ ਹੋਰ ਨਾਲ ਕੋਈ ਸੰਬੰਧ ਨਹੀਂ ਹੈ। ਨਹੀਂ, ਇੱਕ ਸਮਾਜਿਕ ਧਰਮ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਖਾਉਂਦਾ, ਮਨੁੱਖਤਾ ਦਾ ਧਰਮ ਹੈ। ਇਹਦੇ ਵਿੱਚ ਹਰ ਇੱਕ ਪ੍ਰਾਣੀ ਮਾਤਰ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਹੈ। ਪਰ ਸਾਡੇ ਇਸ ਸਮਾਜ ਦੇ ਵਿੱਚ ਜਿਹੜੀ ਆਪਣੇ ਆਪ ਨੂੰ ਵਿਅਕਤੀਗਤ ਭਗਤੀ 'ਤੇ ਬੜਾ ਜ਼ੋਰ ਦਿੱਤਾ ਗਿਆ ਸੀ ਕਿ ਮੈਂ ਮੁਕਤ ਹੋਣਾ ਹੈ, ਮੈਂ ਆਪਣੇ ਆਪ ਨੂੰ ਸਵਾਰਨਾ ਹੈ, ਦੂਜੇ ਨਾਲ ਮੈਨੂੰ ਕੋਈ ਸਰੋਕਾਰ ਨਹੀਂ ਹੈ। ਸਾਨੂੰ ਮਿਲਦਾ ਵੀ ਇਹ ਭਾਈ ਗੁਰਦਾਸ ਜੀ ਦੀ ਇੱਕ ਰਚਨਾ ਵਿੱਚੋਂ ਕਿ ਜਦੋਂ ਗੁਰੂ ਨਾਨਕ ਸਾਹਿਬ ਜੋਗੀਆਂ ਨੂੰ ਮਿਲਦੇ ਹਨ ਤੇ ਜੋਗੀ ਕੋਈ ਐਵੇਂ ਮਾੜੇ ਅੱਜ ਦੇ ਜੋਗੀਆਂ ਵਰਗੇ ਨਹੀਂ ਸਿਰ ਵੀ ਝੋਲਾ ਚੁੱਕਿਆ ਮੰਗਣ ਤੁਰੇ ਹੋਏ ਸਨ, ਨਹੀਂ, ਉਹ ਜੋਗੀ ਬੜੇ ਸਮਝਦਾਰ, ਬੜੇ ਸਿਆਣੇ ਸਨ, ਬੜੀਆਂ ਖੋਜਾਂ ਕੀਤੀਆਂ, ਬੜੇ ਗਿਆਨਵਾਨ ਸਨ। ਉਹਨਾਂ ਦੇ ਜਿਹੜੇ ਸਿੱਧ ਗੋਸ਼ਟ 'ਚ ਪੜ੍ਹੋ ਤੇ ਬਾਣੀ ਵਿੱਚ ਜੋ ਉਹਨਾਂ ਸਵਾਲ ਕੀਤੇ ਅਸੀਂ ਤਾਂ ਉੱਥੋਂ ਤੱਕ ਪਹੁੰਚ ਵੀ ਨਹੀਂ ਸਕਦੇ। ਇਹਦਾ ਮਤਲਬ ਹੈ ਜੇ ਉਹ ਇੰਨੇ ਔਖੇ ਸਵਾਲ ਕਰ ਰਹੇ ਨੇ ਤੇ ਉਹਨਾਂ ਨੂੰ ਕਿੰਨਾ ਗਿਆਨ ਹੋਵੇਗਾ, ਕਿੰਨੀ ਜਾਣਕਾਰੀ ਹੋਵੇਗੀ। ਪਰ ਗੁਰੂ ਨਾਨਕ ਨੇ ਉਹਨਾਂ ਨੂੰ ਨਾ ਨਿਹੋਰਾ ਜਿਹਾ ਮਾਰਿਆ, ਉਲਾਂਭਾ ਜਿਹਾ ਦਿੱਤਾ। ਉਹ ਉਲਾਂਭਾ ਇਹ ਸੀ ਵੀ ਸਿੱਧ ਛਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰੋ ਤਾਰਾ। ਵੀ ਤੁਸੀਂ ਸਿਆਣੇ ਤੇ ਬਣ ਗਏ, ਗਿਆਨਵਾਨ ਤੇ ਬਣ ਗਏ, ਪਰ ਤੁਸੀਂ ਤੇ ਪਰਬਤਾਂ ਵਿੱਚ ਜਾ ਕੇ ਛੁਪ ਕੇ ਬੈਠ ਗਏ ਤੇ ਜਗਤ ਦਾ ਪਾਰੋ ਤਾਰਾ ਕਿਵੇਂ ਹੋਵੇਗਾ। ਤੁਸੀਂ ਸੰਗਤ ਤਾਂ ਕੀਤੀ ਨਹੀਂ, ਆਪਣਾ ਗਿਆਨ ਸੰਗਤ ਵਿੱਚ ਜਾ ਕੇ ਵੰਡਣਾ ਸੀ। ਲੋਕਾਂ ਨੂੰ ਬਿਠਾਉਂਦੇ ਤੁਸੀਂ, ਉਹਨਾਂ ਦੇ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰਦੇ ਤੇ ਲੋਕਾਂ ਦੇ ਅੰਦਰ ਇੱਕ ਨਵੀਂ ਵਿਚਾਰ ਆਉਂਦੀ, ਪਰ ਉਹ ਕੰਮ ਤੇ ਕੀਤਾ ਨਹੀਂ। ਫਿਰ ਤੁਹਾਡੇ ਗਿਆਨ ਦਾ ਫਾਇਦਾ ਕੀ ਹੋਇਆ। ਤਾਂ ਗੁਰੂ ਸਾਹਿਬ ਜੀ ਨੇ ਕੰਮ ਕੀਤਾ। ਔਰ ਮੈਂ ਜਿਹੜੀ ਗੱਲ ਕਰ ਰਿਹਾ ਸਾਂ ਵੀ ਇੱਕ ਫਿਲਾਸਫਰ ਕਹਿੰਦਾ ਹੈ ਕਿ ਇਹ ਜਿਹੜੀ ਸੰਗਤ ਦਾ ਇਹ ਤੇ ਰੱਬ ਦੀ ਦੇਣ ਹੈ। ਉਹ ਨਾ ਬਾਈਬਲ ਦੀ ਬੜੀ ਸੁੰਦਰ ਉਦਾਹਰਣ ਦਿੰਦਾ ਹੈ। ਉਹ ਕਹਿੰਦਾ ਬਾਈਬਲ ਦੇ ਵਿੱਚ ਜਦੋਂ ਸ਼ੁਰੂ ਵਿੱਚ ਲਿਖਿਆ ਹੋਇਆ ਵੀ ਪਰਮਾਤਮਾ ਨੇ ਨਾ ਜਦੋਂ ਆਦਮ ਬਣਾਇਆ ਤੇ ਉਹਨੂੰ ਚੰਗਾ ਨਾ ਲੱਗਿਆ ਇਕੱਲਾ, ਤੇ ਉਹਦੇ ਆਦਮ ਦੇ ਨਾਲ ਉਹਨੇ ਸੰਗਣੀ ਇਸਤਰੀ ਬਣਾ ਦਿੱਤੀ। ਇਹਦਾ ਮਤਲਬ ਹੈ ਕਿ ਉਹਦਾ ਪਰਮਾਤਮਾ ਨੂੰ ਲੱਗਿਆ ਵੀ ਇਕੱਲਾ ਨਹੀਂ ਚਾਹੀਦਾ ਬੰਦਾ, ਇਹਦੇ ਨਾਲ ਇੱਕ ਜੀਵਨ ਸਾਥੀ ਵੀ ਚਾਹੀਦੀ। ਉਹਨੇ ਇਸਤਰੀ ਪੈਦਾ ਕੀਤੀ, ਉਹਨੇ ਸੰਗ ਬਣਾਇਆ ਤਾਂ ਕਿ ਦੋਨੇ ਇੱਕ ਦੂਜੇ ਦੀ ਸਲਾਹ ਦੇ ਨਾਲ ਆਪਣੇ ਜੀਵਨ ਦਾ ਨਿਰਵਾਹ ਕਰਨ ਤੇ ਅੱਗੇ ਵਧਣ। ਜਿਹਨੂੰ ਹੁਣੇ ਜਿਹੜਾ ਭਾਈ ਗੁਰਦਾਸ ਜੀ ਨੇ ਕਿਹਾ ਵੀ ਇੱਕ ਸਿੱਖ ਦੋਏ ਸਾਧ ਸੰਗਤ। ਇਹਦਾ ਮਤਲਬ ਇਹ ਹੋਇਆ ਕਿ ਇਹ ਜਿਹੜਾ ਮਿਲ ਬੈਠਣ ਦਾ ਇਹ ਜਿਹੜਾ ਇਹ ਆਪਾਂ ਵੇਖਦੇ ਹਾਂ ਸੰਗਤ ਦਾ ਸੰਗ ਕਰਨਾ, ਇਹ ਪਰਮਾਤਮਾ ਦੀ ਦੇਣ ਹੈ, ਇਹ ਰੱਬ ਦੀ ਬਣਾਈ ਹੋਈ ਇਸ ਤਰ੍ਹਾਂ ਦਾ ਸਿਸਟਮ ਹੈ। ਤੇ ਬਾਕੀ ਜਦੋਂ ਆਪਾਂ ਹੋਰ ਧਰਮਾਂ ਵੱਲ ਵੇਖਦੇ ਹਾਂ, ਜਦੋਂ ਆਪਾਂ ਪੁਰਾਣੇ ਸਮਿਆਂ ਦੀ ਗੱਲ ਕਰੀਏ, ਅੱਜ ਤੋਂ 5000 ਸਾਲ ਪਹਿਲਾਂ ਜਦੋਂ ਵੇਦ ਲਿਖੇ ਗਏ, ਰਿਗਵੇਦ ਦੇ ਵਿੱਚ ਵੀ ਪਰਿਵਾਰ ਦੀ ਇੱਕ ਗੱਲ ਆਉਂਦੀ। ਉੱਥੇ ਆਪਣੇ ਪਰਿਵਾਰ ਦੀ ਰੱਖਿਆ ਵਾਸਤੇ, ਸੁਰੱਖਿਆ ਵਾਸਤੇ, ਕਿਉਂਕਿ ਆਰੀਅਨ ਲੋਕ ਜਦੋਂ ਜਿਨ੍ਹਾਂ ਨੇ ਰਿਗਵੇਦ ਲਿਖੇ ਜਦੋਂ ਆਏ ਤੇ ਉਹ ਇਕੱਠੇ ਹੋ ਕੇ ਵਿਚਰਦੇ ਸਨ ਸੰਗਤ ਦੇ ਰੂਪ ਦੇ ਵਿੱਚ, ਇੱਕ ਸੰਗਠਨ ਦੇ ਰੂਪ ਦੇ ਵਿੱਚ। ਇਹੀ ਕਾਰਨ ਹੈ ਉਹ ਲੋਕ ਬੜੇ ਕਾਮਯਾਬ ਹੋਏ ਜਿਹੜੇ ਲੋਕ ਸੰਗਠਿਤ ਹੋ ਕੇ ਰਹਿਣਗੇ। ਮੈਂ ਇੱਕ ਹੋਰ ਵੀ ਇੱਕ ਵਿਦਵਾਨ ਨਾਲ ਵਿਚਾਰ ਕਰ ਰਿਹਾ ਸਾਂ ਕਿ ਕੱਲ੍ਹ ਵੀ ਡਾਕਟਰ ਸਾਹਿਬ ਗੱਲ ਕਰ ਰਹੇ ਸਨ ਕਿ ਦੋ ਧਰਮ ਦੁਨੀਆ ਦੇ, ਇਸਲਾਮ ਤੇ ਕ੍ਰਿਸਚਨ, ਇਹਨਾਂ ਦੀ ਬਹੁਤ ਜ਼ਿਆਦਾ ਗਿਣਤੀ, ਸਭ ਤੋਂ ਵੱਡੇ ਧਰਮ ਨੇ। ਤੇ ਇਹ ਦੋਨੇ ਵੱਡੇ ਧਰਮਾਂ ਦੇ ਵਿੱਚ ਇਕੱਠੇ ਰਹਿਣ ਦੀ ਪ੍ਰਥਾ ਹੈ, ਜਮਾਤ ਦੀ, ਮਿਲ ਬੈਠਣ ਦੀ, ਸੰਗਠਿਤ ਹੋਣ ਦੀ। ਕਿਉਂਕਿ ਤੁਸੀਂ ਮੁਸਲਮਾਨ ਮੀਰਾਂ ਵੱਲ ਵੇਖੋ ਤੇ ਉਹ ਨਮਾਜ਼ ਪੜ੍ਹਦੇ ਨੇ ਤੇ ਕਿੰਨੀ ਉਹਨਾਂ ਦੇ ਵਿੱਚ ਉਦੋਂ ਡਿਸਿਪਲਿਨ ਹੁੰਦਾ ਹੈ, ਕਿੰਨਾ ਡਿਸਿਪਲਿਨ। ਇਹਦਾ ਮਤਲਬ ਇਕੱਠੇ ਹੋ ਕੇ ਪੜ੍ਹਨਾ, ਬੈਠਣਾ। ਪਰ ਸਾਡੇ ਇਸ ਭਾਰਤੀ ਸਮਾਜ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਨਹੀਂ ਸੀ ਹੈਗਾ ਗੁਰੂ ਸਾਹਿਬ ਤੋਂ ਪਹਿਲਾਂ, ਜਿਸ ਕਾਰਨ ਕਰਕੇ ਉਹ ਧਰਮ ਵੀ ਅਗਰ ਜ਼ਿਆਦਾ ਫੈਲੇ ਚੱਲੇ ਤੇ ਥੋੜ੍ਹੀ ਜਿਹੀ ਜਗ੍ਹਾ ਤੋਂ ਸਨ ਨਾ। ਇਹ ਦੋਵੇਂ ਧਰਮ ਇੱਕ ਇੱਕ ਬੰਦੇ ਤੋਂ ਚੱਲੇ ਨੇ ਨਾ। ਪਰ ਜੇਕਰ ਉਹ ਦੁਨੀਆ ਵਿੱਚ ਉਹਨਾਂ ਦਾ ਇੰਨਾ ਜ਼ਿਆਦਾ ਪ੍ਰਚਾਰ ਤੇ ਪ੍ਰਸਾਰ ਹੋਇਆ, ਉਹਦੇ ਪਿੱਛੇ ਜਿਹੜਾ ਕਾਰਨ ਨਜ਼ਰ ਆਉਂਦਾ ਉਹ ਸੰਗਤ ਦਾ ਕਾਰਨ ਨਜ਼ਰ ਆਉਂਦਾ ਹੈ। ਇਕੱਠੇ ਹੋ ਕੇ ਬੈਠਣਾ, ਵਿਚਾਰਾਂ ਕਰਨੀਆਂ,
ਆਪਣੇ ਵਿਚਾਰਾਂ ਨੂੰ ਅੱਗੇ ਅੱਗੇ ਫੈਲਾਉਣਾ, ਇਹ ਉਹਨਾਂ ਨੇ ਕੀਤਾ। ਪਰ ਸਾਡਾ ਜਿਹੜਾ ਭਾਰਤੀ ਹਿੰਦੁਸਤਾਨ ਦਾ ਕਲਚਰ ਸੀ, ਇਹਦੇ ਵਿੱਚ ਇਸ ਤਰ੍ਹਾਂ ਦਾ ਗੁਰੂ ਪਾਤਸ਼ਾਹ ਤੋਂ ਪਹਿਲਾਂ ਕੋਈ ਇਹੋ ਜਿਹਾ ਸਿਸਟਮ ਮੈਨੂੰ ਤੇ ਨਜ਼ਰ ਨਹੀਂ ਆਇਆ ਕਿ ਇੱਦਾਂ ਦਾ ਕਿਤੇ ਸਾਡੇ ਲੋਕਾਂ ਨੇ ਕੀਤਾ ਹੋਵੇ। ਤਾਂ ਇਸ ਕਰਕੇ ਇੱਥੇ ਕੀ ਸੀ ਕਿ ਵਿਅਕਤੀਗਤ, ਗੁਰੂ ਪਾਤਸ਼ਾਹ ਤੋਂ ਪਹਿਲਾਂ ਦੀ ਮੈਂ ਜਿਹੜੀ ਗੱਲ ਕਰ ਰਿਹਾ, ਵਿਅਕਤੀਗਤ ਇਕਾਂਤਵਾਸ ਹੋ ਕੇ ਆਪਣੇ ਆਪ ਨੂੰ ਮੁਕਤ ਕਰਨ ਦੀ ਗੱਲ ਸੀ ਕਿ ਮੈਂ ਮੁਕਤ ਹੋ ਜਾਵਾਂ। ਕਈ ਵਾਰੀ ਸਾਡੇ ਵਿੱਚ ਵੀ ਹੁੰਦਾ ਵੀ ਆਪਣੇ ਆਪ ਨੂੰ ਸਵਾਰੋ ਜੀ, ਅਸੀਂ ਕੀ ਲੈਣਾ ਦੁਨੀਆ ਕੋਲੋਂ। ਜੇ ਬਾਬਾ ਨਾਨਕ ਜੀ ਵੀ ਇਹੀ ਸੋਚ ਲੈਂਦੇ ਤੇ ਉਹ ਤੇ ਬੜੇ ਵਧੀਆ ਬੈਠੇ ਸਨ ਆਪਣੇ ਘਰ, ਕੋਈ ਕਮੀ ਥੋੜੀ ਸੀ ਉਹਨਾਂ ਨੂੰ। ਪਰ ਆਪਣੇ ਸੁੱਖ ਆਰਾਮ ਤਿਆਗ ਕੇ, ਤਾਂ ਗੁਰੂ ਨਾਨਕ ਨੇ ਤਾਂ ਹੀ ਕਿਹਾ ਸੀ ਵੀ ਜੇਕਰ ਚੰਗਾ ਬੰਦਾ ਚੰਗਿਆਈ ਆਲਕ ਕਰੇ, ਬੁਰਿਆਈ ਹੋਈ ਸ਼ੇਰ। ਚੰਗਾ ਬੰਦਾ ਜੇ ਆਲਸ ਕਰਕੇ ਬੈਠ ਜਾਏਗਾ, ਜੇ ਚੁੱਪ ਚਪੀਤੇ ਕਿਸੇ ਪਹਾੜ ਦੇ ਵਿੱਚ, ਕਿਸੇ ਭੋਰੇ ਦੇ ਵਿੱਚ ਆਖੇ ਕਿ ਮੈਂ ਭਗਤੀ ਕਰਨ ਬੈਠ ਜਾਵਾਂ, ਮੈਂ ਤੇ ਆਪਣੇ ਆਪ ਨੂੰ ਸਵਾਰਨਾ, ਮੈਂ ਤੇ ਆਪ ਰੱਬ ਨਾਲ ਜੁੜਨਾ, ਮੈਨੂੰ ਕੀ ਲੈਣਾ ਦੁਨੀਆ ਨਾਲ, ਇਹ ਹੋ ਰਿਹਾ ਸੀ। ਤਾਂ ਉੱਥੇ ਗੁਰੂ ਪਾਤਸ਼ਾਹ ਕਹਿੰਦੇ ਨੇ ਬੁਰਿਆਈ ਜਿਹੜੀ ਏ ਉਹ ਆਪਣੇ ਆਪ ਹੀ ਸ਼ੇਰ ਹੋ ਜਾਏਗੀ, ਤਾਕਤਵਰ ਹੋ ਜਾਏਗੀ, ਕਿਉਂਕਿ ਬੁਰਿਆਈ ਨੂੰ ਰੋਕਣ ਵਾਲਾ ਕੋਈ ਨਹੀਂ ਹੋਏਗਾ। ਉਹਦੇ ਸਾਹਮਣੇ ਖੜਾ ਹੋਣ ਵਾਲਾ, ਬਾਬਰ ਨੂੰ ਜ਼ਾਬਰ ਕਹਿਣ ਵਾਲਾ ਕੋਈ ਨਹੀਂ ਹੋਏਗਾ। ਤਾਂ ਇਹ ਸੰਗਤ ਦੀ ਜਿਹੜੀ ਇਹ ਕਨਸੈਪਟ ਗੁਰੂ ਸਾਹਿਬ ਨੇ ਦਿੱਤਾ, ਇਹ ਸਾਡੇ ਅੰਦਰ ਇੱਕ ਉਹ ਗੁਣ ਪੈਦਾ ਕਰਨ ਵਾਸਤੇ, ਜਿਸ ਤਰ੍ਹਾਂ ਸਮਾਜਿਕ ਜੋ ਸਾਡਾ ਤਾਣਾ ਬਾਣਾ ਸੀ ਗੁਰੂ ਪਾਤਸ਼ਾਹ ਤੋਂ ਪਹਿਲਾਂ। ਹੁਣ ਤੁਸੀਂ ਜੇਕਰ ਸਾਡੇ ਜਿਹੜੇ ਪੁਰਾਣੇ ਤੁਸੀਂ ਵੇਖੋ, ਇਕਾਂਤਵਾਸ ਦੀ ਗੱਲ ਚੱਲ ਰਹੀ ਸੀ, ਤੁਸੀਂ ਪੁਰਾਣੇ ਮੰਦਰ ਵੇਖੋ, ਸਾਡੇ ਜਿਹੜੇ ਹਿੰਦੁਸਤਾਨ ਦੇ ਮੰਦਰ ਸਨ, ਉਹਨਾਂ ਵਿੱਚ ਇੱਕ ਤੇ ਮੂਰਤੀ ਦੀ ਥਾਂ ਤੇ ਇੱਕ ਪੁਜਾਰੀ ਦੇ ਖੜੇ ਹੋਣ ਦੀ ਜਾਂ ਬੈਠਣ ਦੀ ਥਾਂ, ਸੰਗਤ ਵਾਸਤੇ ਬੈਠਣ ਦੀ ਥਾਂ ਤੁਹਾਨੂੰ ਕਿਤੇ ਨਹੀਂ ਮਿਲੇਗੀ। ਛੋਟੀਆਂ ਛੋਟੀਆਂ ਬਿਲਡਿੰਗਾਂ ਹੁੰਦੀਆਂ ਨੇ, ਉਹਦੇ ਵਿੱਚ ਸੰਗਤ ਕਰਨ ਵਾਸਤੇ, ਬੈਠਣ ਵਾਸਤੇ, ਵਿਚਾਰਾਂ ਕਰਨ ਵਾਸਤੇ, ਕਿਉਂਕਿ ਧਰਮ ਸਥਾਨ ਤੇ ਸਭ ਤੋਂ ਵੱਡੇ ਸਾਧਨ ਸਨ ਜਿੱਥੇ ਬੈਠ ਕੇ ਵਿਚਾਰਾਂ ਕਰਨੀਆਂ ਨੇ, ਜਿੱਥੇ ਬੈਠ ਕੇ ਕੁਝ ਗੱਲਬਾਤ ਕਰਨੀ ਹੈ। ਪਰ ਨਹੀਂ ਮਿਲਣਗੇ। ਫਿਰ ਤੁਸੀਂ ਅਗਰ ਵੇਖੋ, ਜੋਗੀ ਜੰਗਲਾਂ ਵਿੱਚ ਚਲੇ ਗਏ, ਉੱਥੇ ਭੋਰਿਆਂ ਵਿੱਚ ਬੈਠੇ ਨੇ, ਪਹਾੜਾਂ ਦੀਆਂ ਕੰਦਰਾਂ ਵਿੱਚ ਬੈਠੇ ਨੇ, ਇਕੱਲੇ ਬੈਠੇ ਨੇ, ਆਪਣੇ ਗਿਆਨ ਦਾ ਆਦਾਨ ਪ੍ਰਦਾਨ ਆਮ ਲੋਕਾਂ ਵਿੱਚੋਂ ਨਹੀਂ ਕਰ ਰਹੇ ਸਨ। ਉਸ ਤੋਂ ਬਾਅਦ ਜੋ ਬੁੱਧ ਮਤ ਨੇ ਬੜਾ ਵਧੀਆ ਪ੍ਰਚਾਰ ਕੀਤਾ, ਉਹਨਾਂ ਨੇ ਬੜੇ ਵਧੀਆ ਸਿਧਾਂਤ, ਜੋ ਬੜੇ ਸਾਇੰਟੀਫਿਕ ਗੱਲਾਂ ਦੁਨੀਆ ਦੇ ਸਾਹਮਣੇ ਰੱਖੀਆਂ। ਪਰ ਉਹਨਾਂ ਦੇ ਭਿਕਸ਼ੂਆਂ ਵੱਲ ਵੀ ਵੇਖੋ ਤੇ ਉਹ ਵੀ ਸਟੋਪਿਆਂ ਦੇ ਵਿੱਚ ਬੈਠ ਕੇ, ਇਕੱਲੇ ਬੈਠ ਕੇ ਸਮਾਜ ਦੇ ਵਿੱਚ ਭਾਵੇਂ ਉਹਨਾਂ ਨੇ ਪ੍ਰਚਾਰ ਕੀਤਾ, ਪਰ ਉਹਨਾਂ ਦਾ ਵੀ ਇਕਾਂਤਵਾਸ ਵਾਲੀ ਗੱਲ ਜ਼ਿਆਦਾ ਵੇਖਣ ਨੂੰ ਮਿਲੇਗੀ। ਜਦੋਂ ਆਪਾਂ ਸਾਡੇ ਇਸ ਭਾਰਤੀ ਸਮਾਜ ਵੱਲ ਝਾਤ ਮਾਰਦੇ ਹਾਂ ਤੇ ਜਿਹੜੀ ਗੱਲ ਹੁਣੇ ਸਰ ਕਹਿ ਰਹੇ ਸਨ ਕਿ ਜਦੋਂ ਬਾਬਰ ਆਇਆ, ਪਾਣੀਪਤ ਦੀ ਜਿਹੜੀ ਬਹੁਤ ਵੱਡੀ ਲੜਾਈ ਹੋਈ, ਉਹਦੇ ਵਿੱਚ ਹਾਰ ਦਾ ਕਾਰਨ ਕਿਉਂਕਿ ਸੰਗਤ ਵਿਤਕਰਾ ਨੂੰ ਮਿਟਾਉਣ ਵਾਸਤੇ, ਮੈਂ ਕਹਿ ਰਿਹਾ ਨਾ ਕ੍ਰਾਂਤੀਕਾਰੀ ਕਾਰਜ ਕਿਵੇਂ ਸੀ, ਇਹਦੇ 'ਤੇ ਮੈਂ ਆਉਣਾ ਇਸ ਪੁਆਇੰਟ 'ਤੇ। ਪਰ ਉਸ ਤੋਂ ਪਹਿਲਾਂ ਗੁਰੂ ਪਾਤਸ਼ਾਹ ਤੋਂ ਪਹਿਲਾਂ ਕਿੱਦਾਂ ਵਿਤਕਰੇ ਬਣੇ ਹੋਏ ਸਨ, ਕਿੰਨਾ ਮੈਂ ਪੜ੍ਹ ਰਿਹਾ ਸਾਂ ਕਿ ਜਦੋਂ ਮਰਾਠਿਆਂ ਨੇ ਇਹ ਲੜਾਈ ਹੋ ਰਹੀ ਸੀ, ਰਾਜਪੂਤਾਂ ਦੀ ਵੀ ਫੌਜ ਉਹਦੇ ਵਿੱਚ ਸ਼ਾਮਲ ਸੀ ਤੇ ਇੱਕ ਟੁਕੜੀ, ਇੱਕ ਪਲਟਨ ਲੜ ਰਹੀ ਸੀ ਤੇ ਉਹਨਾਂ ਨੂੰ ਕੁਝ ਮਦਦ ਚਾਹੀਦੀ ਸੀ। ਤੇ ਪਿੱਛੋਂ ਜਿਹੜੀ ਪਲਟਨ ਨੂੰ ਮਦਦ ਵਾਸਤੇ ਜਿਹੜਾ ਕਮਾਂਡਰ ਸੀ, ਉਹਨੇ ਕਿਹਾ ਵੀ ਉਹਨਾਂ ਦੀ ਜਾ ਕੇ ਮਦਦ ਕਰੋ। ਤੇ ਉਹ ਕਹਿਣ ਲੱਗੀ ਵੀ ਤੇ ਛੋਟੀ ਜ਼ਾਤ ਵਾਲੇ ਨੇ, ਅਸੀਂ ਕਿਵੇਂ ਮਦਦ ਕਰੀਏ, ਅਸੀਂ ਨਹੀਂ ਕਰ ਸਕਦੇ। ਉਹਨਾਂ ਨੇ ਮਨਾ ਕਰ ਦਿੱਤਾ ਵੀ ਛੋਟੀ ਜ਼ਾਤ ਵਾਲਿਆਂ ਦੀ ਲੜਾਈ ਦੇ ਵਿੱਚ ਵੀ ਮਦਦ ਨਹੀਂ, ਭਾਵੇਂ ਹਾਰ ਗਏ। ਤੇ ਉੱਥੇ ਇੱਕ ਗੱਲ ਹੁਣੇ ਹੀ ਬੈਠੇ ਕਰ ਰਹੇ ਸਾਂ ਕਿ ਉਹਨਾਂ ਨੇ ਵੇਖਿਆ ਜਿਹੜੇ ਮੁਗਲ ਜਾਂ ਜਿਹੜੇ ਉਹ ਅਫਗਾਨ ਆਏ ਸਨ, ਰਾਤ ਦਾ ਟਾਈਮ, ਫੌਜਾਂ ਦੀ ਗਿਣਤੀ ਇੱਧਰ ਬੜੀ ਜ਼ਿਆਦਾ ਸੀ, ਰਾਤ ਦਾ ਟਾਈਮ, ਤੇ ਉਹ ਚੁੱਲ੍ਹੇ ਬਾਲੇ ਹੋਏ ਸਨ। ਉਹਨਾਂ ਨੇ ਥਾਂ ਥਾਂ 'ਤੇ ਅੱਗ ਬਲ ਰਹੀ ਸੀ। ਉਹ ਪੁੱਛਿਆ ਵੀ ਇਹ ਥਾਂ ਥਾਂ 'ਤੇ ਅੱਗ ਕਿਉਂ ਬਾਲੀ ਹੋਈ ਇਹਨਾਂ ਨੇ? ਉਹ ਕਹਿੰਦਾ ਵੀ ਇਹਨਾਂ ਵਿੱਚ ਇੰਨੇ ਜ਼ਿਆਦਾ ਵਿਤਕਰੇ ਹਨ, ਇੰਨੀ ਜ਼ਿਆਦਾ ਇਹਨਾਂ ਦੇ ਵਿੱਚ ਊਚ ਨੀਚ ਹੈ ਕਿ ਇਹ ਆਪੋ ਆਪਣੀ ਰੋਟੀ ਵੱਖਰੀ ਪਕਾਉਂਦੇ ਨੇ। ਉਹ ਕਹਿੰਦਾ ਫਿਰ ਸਾਨੂੰ ਜਿੱਤਣ ਦੇ ਵਿੱਚ ਕੋਈ ਔਖਿਆਈ ਨਹੀਂ ਹੋਵੇਗੀ, ਕਿਉਂਕਿ ਜਿੱਥੇ ਇੰਨਾ ਜ਼ਿਆਦਾ ਵਿਤਕਰਾ ਹੈ, ਊਚ ਨੀਚ ਹੈ, ਭਿੰਨ ਭੇਦ ਹੈ, ਫਰਕ ਹੈ, ਉੱਥੇ ਫਿਰ ਦੁਸ਼ਮਣ ਜਿਹੜਾ ਹੈ, ਜਿਹਨੂੰ ਆਪਾਂ ਅਕਸਰ, ਮੈਂ ਤਾਂ ਬਹੁਤ ਵਾਰੀ ਕਹਿਣਾ ਕਿ
ਇੱਕ ਨਾ ਸਾਡੇ ਵਿੱਚ ਗਲਤ ਰਵਾਇਤ ਪ੍ਰਚਲਿਤ ਹੋ ਗਈ ਵੀ ਅੰਗਰੇਜ਼ਾਂ ਨੇ ਨਾ ਇੱਕ ਪਾੜੋ ਤੇ ਰਾਜ ਕਰੋ ਵਾਲੀ ਨੀਤੀ ਅਪਣਾਈ। ਪਰ ਮੈਂ ਸਮਝਦਾ ਇਹ ਅੰਗਰੇਜ਼ਾਂ ਦੀ ਨੀਤੀ ਤੇ ਸਾਡੀ ਭਾਰਤੀ ਸੱਭਿਅਤਾ ਦੀ ਨੀਤੀ ਹੈ ਕਿ ਵਰਨ ਵੰਡ ਉਹਨਾਂ ਨੇ ਥੋੜ੍ਹੀ ਪੈਦਾ ਕੀਤੀ ਹੈ। ਜ਼ਾਤ ਪਾਤ ਅੰਗਰੇਜ਼ਾਂ ਨੇ ਉਹਨਾਂ 'ਤੇ ਮਿਟਾਈ ਆ ਕੇ, ਸਗੋਂ ਪਾੜਿਆ ਤੇ ਸਾਡਾ ਸਮਾਜ ਤੇ ਪਹਿਲਾਂ ਪਾਟਿਆ ਹੋਇਆ ਸੀ। ਇਹ ਤਾਂ ਪਹਿਲਾਂ ਹੀ ਜਾਤਾਂ ਪਾਤਾਂ ਦੇ ਵਿੱਚ ਵਰਨ ਵੰਡ ਦੇ ਵਿੱਚ ਇੰਨਾ ਜ਼ਿਆਦਾ ਵੰਡਿਆ ਹੋਇਆ ਸੀ। ਹੁਣ ਇਸ ਸਮੇਂ ਸਾਡੀ ਜਿਹੜੀ ਭਾਰਤੀ ਸੱਭਿਅਤਾ ਦੀ ਗੁਲਾਮੀ ਦਾ ਜਾਂ ਸਾਡੇ ਜਿਹੜੇ ਇੱਥੋਂ ਦੀ ਗੁਲਾਮੀ ਦਾ ਬਹੁਤ ਵੱਡਾ ਕਾਰਨ ਇਹ ਭਿੰਨ ਭੇਦ ਨੇ, ਵਿਤਕਰੇ ਨੇ, ਜਾਤਾਂ ਪਾਤਾਂ ਦੇ ਫਰਕ ਹਨ, ਵਰਨ ਵੰਡ ਹੈ। ਮੈਂ ਵੇਖਦਾ ਕਿ ਰੋਮਨ ਸੱਭਿਅਤਾ ਦੇ ਵਿੱਚ ਗੁਲਾਮ ਪ੍ਰਥਾ ਤੇ ਸਾਰੀ ਦੁਨੀਆ ਵਿੱਚ ਹੀ ਰਹੀ ਹੈ। ਜਿਹੜੀਆਂ ਕੌਮਾਂ, ਜਿਹੜੇ ਲੋਕ ਤਾਕਤਵਰ ਸੰਗਠਿਤ ਹੋ ਕੇ ਦੂਜੀਆਂ ਦੇਸ਼ਾਂ 'ਤੇ ਹਮਲਾ ਕਰਦੇ ਸਨ ਨਾ, ਉਹ ਤਾਕਤਵਰ ਬਣ ਜਾਂਦੇ ਸਨ ਤੇ ਗੁਲਾਮ ਬਣਾ ਲੈਂਦੇ ਸਨ ਦੂਜਿਆਂ ਨੂੰ। ਮੈਂ ਰੋਮਨ ਇੱਕ ਬਹੁਤ ਵੱਡੀ ਸੱਭਿਅਤਾ ਸੀ। ਉੱਥੇ ਨਾ ਇੱਕ ਆਪਾਂ ਥੋੜ੍ਹਾ ਜਿਹਾ ਕੰਪੇਅਰ ਕਰਕੇ ਵੇਖੀਏ, ਥੋੜ੍ਹਾ ਜਿਹਾ ਤੁਲਨਾ ਕਰਕੇ ਵੇਖੀਏ। ਉੱਥੇ ਗੁਲਾਮਾਂ ਦੇ ਜਿਹੜਾ ਗੁਲਾਮ ਹੁੰਦਾ ਸੀ ਨਾ, ਉਹ ਜਦੋਂ ਆਪਣੀ ਬਹਾਦਰੀ, ਸਮਰੱਥਾ, ਨਿਪੁੰਨਤਾ ਦਾ ਜਦੋਂ ਉਹ ਦਿਖਾਵਾ ਕਰ ਦਿੰਦਾ ਸੀ ਤੇ ਉਹਦੇ ਨਾਲ ਜਿਹੜਾ ਲੱਗਿਆ ਹੁੰਦਾ ਸੀ ਗੁਲਾਮੀ ਦਾ ਲੈਵਲ ਉਹ ਹਟਾ ਦਿੱਤਾ ਜਾਂਦਾ ਸੀ। ਉਹਨੂੰ ਕੋਈ ਮਹਾਨ ਪਦਵੀ ਦੇ ਦਿੱਤੀ ਜਾਂਦੀ ਸੀ ਕਿ ਹੁਣ ਤੂੰ ਗੁਲਾਮ ਨਹੀਂ ਰਹਿ ਗਿਆ, ਤੂੰ ਮਹਾਨ ਬਣ ਗਿਆ, ਤੂੰ ਆਪਣੇ ਆਪ ਨੂੰ ਬਹਾਦਰ ਬਣਾ ਲਿਆ ਏ। ਅਤੇ ਗੁਲਾਮਾਂ ਦੇ ਵਿੱਚ ਜਿਹੜੀਆਂ ਗੁਲਾਮ ਕੌਮਾਂ ਸਨ ਉਹਨਾਂ ਵਿੱਚ ਇੱਕ ਕੰਪੀਟੀਸ਼ਨ ਚੱਲਦਾ ਰਹਿੰਦਾ ਸੀ ਕਿ ਅਸੀਂ ਇਸ ਗੁਲਾਮੀ ਦੇ ਜੰਜਾਲ ਵਿੱਚੋਂ ਨਿਕਲਣਾ ਹੈ ਅਤੇ ਅਸੀਂ ਇੱਕ ਮਤਲਬ ਆਪਣੇ ਆਪ ਨੂੰ ਨਿਪੁੰਨ ਬਣਾਉਣਾ ਹੈ, ਜਿਸ ਕਾਰਨ ਕਰਕੇ ਉਹ ਜਿਹੜੀ ਸੱਭਿਅਤਾ ਸੀ ਉਹ ਬੜੀ ਮਹਾਨ ਬਣਦੀ ਚਲੀ ਗਈ। ਪਰ ਸਾਡੇ ਵਿੱਚ ਇੱਦਾਂ ਦਾ ਹੈ ਨਹੀਂ। ਗੁਲਾਮ ਦਾਸ ਜਿਹੜਾ ਸੀ ਉਹ ਸਦਾ ਦਾਸ ਹੀ ਰਿਹਾ, ਉਹਨੂੰ ਅਧਿਕਾਰ ਹੀ ਨਹੀਂ ਦਿੱਤਾ ਗਿਆ। ਤਾਂ ਇਸ ਕਰਕੇ ਸਾਡਾ ਜਿਹੜਾ ਸਮਾਜ ਉਹ ਬਹੁਤਾ ਜ਼ਿਆਦਾ ਮਹਾਨ ਨਹੀਂ ਬਣ ਪਾਇਆ। ਜਦੋਂ ਵਿਦੇਸ਼ੀ ਹਮਲਾਵਰ ਆਉਂਦੇ ਸਨ ਨਾ, ਉਹਨਾਂ ਨੇ ਵੇਖਿਆ ਵੀ ਇਹ ਕਿੰਨੇ ਕੁ ਗੁਲਾਮ ਮਾਨਸਿਕਤਾ ਦੇ ਲੋਕ ਨੇ ਕਿ ਉਹਨਾਂ ਨੇ ਖੂਹਾਂ ਦੇ ਵਿੱਚ, ਤਲਾਬਾਂ ਦੇ ਵਿੱਚ ਮਰੇ ਪਸ਼ੂ ਸੁੱਟ ਦਿੰਦੇ ਸਨ। ਅਤੇ ਸਾਡੇ ਕਿਉਂਕਿ ਲੜਨ ਵਾਸਤੇ ਨਾ ਪਾਣੀ ਚਾਹੀਦਾ ਹੁੰਦਾ, ਸਭ ਤੋਂ ਪਹਿਲੀ ਲੋੜ ਹੈ ਯੁੱਧ ਵਾਸਤੇ। ਅਤੇ ਜਿੱਥੇ ਪਸ਼ੂ ਸੁੱਟ ਦਿੱਤਾ ਉਹ ਪਾਣੀ ਨਹੀਂ ਸਨ ਪੀਂਦੇ, ਪਿਆਸੇ ਮਰ ਜਾਂਦੇ ਸਨ। ਅਤੇ ਉਹਨਾਂ ਨੂੰ ਇਹ ਕੰਮ ਬੜਾ ਰਾਸ ਆਇਆ ਵੀ ਇਹ ਤਾਂ ਇੰਨਾ ਜ਼ਿਆਦਾ ਇੱਦਾਂ ਦੀ ਮਾਨਸਿਕਤਾ ਦੇ ਲੋਕ ਨੇ ਕਿ ਇੰਨੀ ਜ਼ਿਆਦਾ ਇਹਨਾਂ ਵਿੱਚ ਸੁੱਚ ਭਿੱਟ ਦਾ ਵਹਿਮ ਹੈ। ਇੱਥੋਂ ਤੱਕ ਵੀ ਮਿਲਦਾ ਹੈ ਕਿ ਜਦੋਂ ਕਿਸੇ ਸ਼ੂਦਰ ਨੂੰ ਉੱਚੀ ਜ਼ਾਤ ਵਾਲੇ ਲੋਕ ਜਾਂ ਇਸਤਰੀਆਂ ਖਾਸ ਤੌਰ 'ਤੇ ਵੇਖ ਲੈਂਦੀਆਂ ਸਨ ਅਤੇ ਉਹ ਕਈ ਵਾਰੀ ਉਹਨਾਂ ਨੂੰ ਜਾ ਕੇ ਨਹਾਉਣਾ ਪੈਂਦਾ ਸੀ ਤਾਂ ਉਹਨਾਂ ਦੀ ਕਿਤੇ ਉਹ ਜਾ ਕੇ ਉਤਰਦੀ ਸੀ। ਇਹੀ ਕਾਰਨ ਹੈ। ਇੱਕ ਵਿਦਵਾਨ ਲਿਖਦਾ ਹੈ ਕਿ ਬੜੀ ਮੈਨੂੰ ਗੱਲ ਚੰਗੀ ਲੱਗੀ। ਉਹ ਕਹਿੰਦਾ ਵੀ ਭਾਰਤ ਵਿੱਚ ਵਿਗਿਆਨ ਪੈਦਾ ਕਿਉਂ ਨਹੀਂ ਹੋਇਆ। ਕਦੇ ਆਪਾਂ ਵਿਚਾਰਿਆ, ਹਾਲਾਂਕਿ ਵੇਦ ਇਸ ਧਰਤੀ 'ਤੇ ਲਿਖੇ ਗਏ, ਸ਼ਾਸਤਰ ਇਸ ਧਰਤੀ 'ਤੇ ਲਿਖੇ ਗਏ, ਉਪਨਿਸ਼ਦ, ਕਈ ਇਹੋ ਜਿਹੇ ਰਿਸ਼ੀਆਂ ਮੁਨੀਆਂ ਨੇ। ਕੋਈ ਠੀਕ ਹੈ, ਉਹਨਾਂ ਵਿੱਚ ਕਰਮਕਾਂਡ ਆਪਾਂ ਕਹਿ ਸਕਦੇ ਹੈਗੇ ਨੇ, ਇਹ ਨਹੀਂ ਸਾਰਾ ਕੁਛ ਹੀ ਵਿੱਚ ਆਉਂਦਾ ਹੈ। ਪਰ ਉਹ ਲੋਕ ਜਿਨ੍ਹਾਂ ਕੋਲ ਇੱਕ ਇੱਕ ਕਿਤਾਬ ਸੀ, ਇੱਕ ਗ੍ਰੰਥ ਸੀ, ਬਾਈਬਲ, ਤੋਰੇਤ, ਮੁਸਲਮਾਨ ਵੀਰਾਂ ਦੇ ਕੋਲ ਇੱਕੋ ਹੀ ਸੀ ਨਾ ਕੁਰਾਨ, ਉਹ ਇੱਕ ਇੱਕ ਗ੍ਰੰਥ ਦੇ ਉੱਤੇ ਆਧਾਰ 'ਤੇ ਉਹ ਕਿੰਨਾ ਜ਼ਿਆਦਾ ਲੋਕ ਤਰੱਕੀ ਕਰ ਗਏ। ਸਾਡੇ ਕੋਲ ਇੰਨੇ ਜ਼ਿਆਦਾ ਭੰਡਾਰ ਹੁੰਦਿਆਂ ਹੋਇਆਂ ਵੀ ਅਸੀਂ ਤਰੱਕੀ ਕਿਉਂ ਨਹੀਂ ਕਰ ਪਾਏ? ਉਹਦਾ ਕਾਰਨ ਇਹ ਸੀ ਕਿ ਜਿਨ੍ਹਾਂ ਦੇ ਕੋਲ ਤੇ ਉਹ ਗਿਆਨ ਸੀ, ਜਿਨ੍ਹਾਂ ਦੇ ਕੋਲ ਉਹ ਗਿਆਨ ਸੀ, ਉਹਨਾਂ ਨੇ ਇੱਕ ਪਾਬੰਦੀ ਲਾ ਦਿੱਤੀ ਹੋਈ ਸੀ ਵੀ ਨੀਵੀਂ ਜ਼ਾਤ ਵਾਲੇ ਨੂੰ ਪੜ੍ਹ ਹੀ ਨਹੀਂ ਸਕਦਾ। ਉਹ ਸੰਗਤ ਵਿੱਚ ਬੈਠਣ ਦਾ ਮਤਲਬ ਹੀ ਨਹੀਂ ਸੀ ਹੈਗਾ, ਵਿਚਾਰ ਹੀ ਨਹੀਂ ਸਨ ਕਰਦੇ, ਵੰਡਦੇ ਨਹੀਂ ਸਨ ਕਿਸੇ ਨੂੰ। ਇਸ ਕਰਕੇ ਜਿਨ੍ਹਾਂ ਦੇ ਕੋਲ ਗਿਆਨ ਸੀ, ਜਿਨ੍ਹਾਂ ਦੇ ਕੋਲ ਇਹ ਸਾਰਾ ਕੁਝ ਸੀ, ਉਹ ਆਪਣੇ ਹੱਥੀਂ ਕੁਝ ਕੰਮ ਕਰਨ ਵਾਸਤੇ ਰਾਜੀ ਨਹੀਂ ਸਨ। ਅਤੇ ਜਿਹੜੇ ਲੋਕ ਆਪਣੇ ਹੱਥਾਂ ਦੇ ਨਾਲ ਕੰਮ ਕਰਕੇ ਅਤੇ ਨਵੀਆਂ ਜਿਨ੍ਹਾਂ ਨੇ ਚੀਜ਼ਾਂ ਬਣਾਈਆਂ, ਉਹਨਾਂ ਕੋਲ ਗਿਆਨ ਨਹੀਂ ਸੀ ਹੈਗਾ ਵੀ ਉਹ ਨੋਟ ਕਰਕੇ ਦੁਨੀਆ ਤੱਕ ਪਹੁੰਚਾ ਸਕਣ। ਬਣਾਇਆ ਬਹੁਤ ਕੁਝ ਗਿਆ। ਤਾਂ ਇਹ ਕਾਰਨ ਸੀ ਸਾਡੇ ਦੇਸ਼ ਦੇ ਪਛੜੇ ਹੋਏ ਹੋਣ ਦਾ, ਬਹੁਤ ਵੱਡੇ ਕਾਰਨ ਹਨ। ਹੁਣ ਜਦੋਂ ਆਪਾਂ ਇਹਨਾਂ ਕਾਰਨਾਂ ਨੂੰ ਵਿਚਾਰੀਏ ਕਿ ਜੇ ਵੇਖੋ ਕਿੱਦਾਂ ਸੀ ਵੀ ਸ਼ੂਦਰ ਨੂੰ ਛਤਰੀ ਫੜਨ ਦਾ ਅਧਿਕਾਰ ਨਹੀਂ ਸੀ ਹੈਗਾ, ਉਹਨੂੰ ਗਲ ਵਿੱਚ ਟੱਲੀ ਪਾ ਕੇ ਚੱਲਣਾ ਪੈਂਦਾ ਸੀ ਕਿ ਪਤਾ ਲੱਗੇ ਸ਼ੂਦਰ ਆ ਗਿਆ ਹੈ, ਤਾਂ ਕਿ ਕਿਸੇ ਦੇ ਉੱਤੇ ਪਰਛਾਵਾਂ ਨਾ ਪੈ ਜਾਏ, ਉਹਦੇ ਵੱਲੋਂ ਆਉਣ ਵਾਲੀ ਹਵਾ ਨਾ ਕਿਤੇ ਛੂਹ ਜਾਏ।
ਜਾਂ ਉਹਨੂੰ ਪਿੱਛੇ ਆਪਣੇ ਕੰਡਿਆਲੀ ਝਾੜੀ ਬਣ ਕੇ ਤੁਰਨਾ ਪੈਂਦਾ ਸੀ ਕਿ ਰਸਤੇ ਉੱਤੇ ਉਹਦੇ ਪੈਰਾਂ ਦੇ ਚਿੰਨ੍ਹ ਅਗਰ ਲੱਗ ਗਏ ਤੇ ਕੋਈ ਉੱਚੀ ਜਾਤ ਵਾਲਾ ਉੱਥੋਂ ਲੰਘ ਗਿਆ ਤਾਂ ਭਿੱਟ ਜਾਏਗਾ। ਇੰਨਾ ਜ਼ਿਆਦਾ ਸੁੱਚ ਭਿੱਟ ਦਾ ਵਹਿਮ ਸਾਡੇ ਸਮਾਜ ਵਿੱਚ ਸੀ। ਔਰ ਇਹ ਸੁੱਚ ਭਿੱਟ ਦਾ ਵਹਿਮ ਜਿੱਥੇ ਇਹਨੇ ਗਿਲਾਨੀ ਤੇ ਪੈਦਾ ਕਰਨੀ ਸੀ ਨਾ, ਇਹਨੇ ਹੀਣ ਭਾਵਨਾ ਤੇ ਇਹੋ ਜਿਹਾ, ਜਦੋਂ ਜਿਹੜਾ ਸਮਾਜ ਇਹੋ ਜਿਹਾ ਹੋਵੇਗਾ, ਤੁਸੀਂ ਸਾਰੇ ਸਿਆਣੇ ਬੈਠੋ ਤੇ ਕਿੰਨੀ ਹੀਣ ਭਾਵਨਾ ਹੋਵੇਗੀ, ਉੱਥੇ ਕਿੰਨੀ ਨੀਚਤਾ ਹੋਵੇਗੀ। ਇਹ ਹੀਣ ਭਾਵਨਾ, ਇਹ ਨੀਚਤਾ, ਇਹ ਸਮਾਜ ਨੂੰ ਕਦੇ ਅੱਗੇ ਨਹੀਂ ਵਧਣ ਦਿੰਦੀ। ਬਹੁਤ ਵੱਡੇ ਸਾਡੇ ਜੇਕਰ ਅਸੀਂ ਇਹਦਾ ਮਤਲਬ ਇਹ ਨਹੀਂ ਕਿ ਸਾਡੇ ਕੋਲ ਹੈ ਕੁਛ ਨਹੀਂ ਸੀ, ਗਿਆਨ ਦੇ ਭੰਡਾਰ ਸਨ, ਮੈਂ ਜਿਵੇਂ ਹੁਣ ਗ੍ਰੰਥ ਸਨ ਬੜੇ, ਪਰ ਕਿਉਂਕਿ ਹੀਣ ਭਾਵਨਾ ਪੁਜਾਰੀਵਾਦ ਨੇ ਇਹੋ ਜਿਹੀ ਭਰ ਦਿੱਤੀ ਹੋਈ ਸੀ ਕਿ ਅੱਗੇ ਵਧਣ ਦਾ ਕਦੇ ਸੋਚ ਵੀ ਨਹੀਂ ਸਨ ਸਕਦੇ, ਕਿ ਛੋਟਾ ਛੋਟਾ ਜਿਹਾ ਉਹਨਾਂ ਨੇ ਆਪਣਾ ਦਾਇਰਾ ਬਣਾਇਆ ਹੋਇਆ ਸੀ। ਹੁਣ ਇਸ ਹੀਣ ਭਾਵਨਾ ਦੇ ਵਿੱਚੋਂ ਕੱਢਣ ਦੇ ਵਾਸਤੇ ਸਮਾਜ ਵਿੱਚ ਇੱਕ ਸਾਰਤਾ, ਬਰਾਬਰਤਾ ਪੈਦਾ ਕਰਨ ਵਾਸਤੇ, ਤਾਂ ਮੈਂ ਕਹਿ ਰਿਹਾ ਸੀ ਗੁਰੂ ਨਾਨਕ ਨੇ ਜਿਹੜਾ ਸਿਸਟਮ ਦਿੱਤਾ, ਇੱਕ ਸੰਗਤ ਕਹਿ ਦੇਣਾ ਕੋਈ ਐਵੇਂ ਸਾਨੂੰ ਤਿੰਨ ਕੁ ਸ਼ਬਦ, ਤਿੰਨ ਕੁ ਅੱਖਰਾਂ ਦਾ ਲੱਗਦਾ ਹੈ, ਪਰ ਇਹ ਜਿਹੜਾ ਕਨਸੈਪਟ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਦਿੱਤਾ, ਇਹ ਬਹੁਤ ਮਹਾਨ ਕਾਰਜ ਸੀ ਉਸ ਵੇਲੇ, ਜਿਸ ਵੇਲੇ ਕਿ ਐਦਾਂ ਦਾ ਸਿਸਟਮ ਚੱਲ ਰਿਹਾ ਹੋਵੇ ਵੀ ਇੱਕ ਬੰਦੇ ਵੱਲੋਂ ਆਉਣ ਵਾਲੀ ਹਵਾ ਦੂਜੇ ਨੂੰ ਭਿੱਟ ਜਾਂਦੀ ਹੋਵੇ, ਜਦੋਂ ਵੇਖਣ ਦੇ ਨਾਲ ਬੰਦਾ ਭਿੱਟ ਜਾਂਦਾ ਹੋਵੇ, ਜਦੋਂ ਇਹੋ ਜਿਹੀ ਮਾਨਸਿਕਤਾ ਹੋਵੇਗੀ, ਉੱਥੇ ਹਰ ਤਰ੍ਹਾਂ ਦੇ ਲੋਕਾਂ ਨੂੰ ਇੱਕ ਥਾਂ 'ਤੇ ਲਿਆ ਕੇ ਬਿਠਾ ਦੇਣਾ, ਇਹੋ ਜਿਹੀ ਉਹਨਾਂ ਦੀ ਸੋਚ ਬਦਲ ਦੇਣੀ ਕੋਈ ਛੋਟੀ ਗੱਲ ਹੈ ਕਿ ਸਾਨੂੰ ਲੱਗਦਾ ਕਿ ਮਾੜੀ ਮੋਟੀ ਗੱਲ ਹੈ। ਇਹਦੇ ਵਾਸਤੇ ਕਿੰਨੀ ਸਤਿਗੁਰੂ ਜੀ ਨੇ ਕਿੰਨਾ ਉਹਦੇ 'ਚ ਯਤਨ ਕੀਤਾ ਹੋਵੇਗਾ, ਕਿੰਨਾ ਉਪਰਾਲਾ ਕੀਤਾ ਹੋਵੇਗਾ। ਜਦੋਂ ਆਪਾਂ ਵੇਖਦੇ ਹਾਂ ਕਿ ਜਦੋਂ ਸਤਿਗੁਰੂ ਜੀ ਨੇ ਇਹ ਇਸ ਤਰ੍ਹਾਂ ਦਾ ਉਪਰਾਲਾ ਕੀਤਾ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਸਾਡੇ ਸਮਾਜ, ਕਿਉਂਕਿ ਸਤਿਗੁਰੂ ਜੀ ਠੀਕ ਹੈ ਅਧਿਆਤਮਿਕਤਾ ਤੋਂ ਤੇ ਗੱਲ ਰੱਬ ਤੋਂ ਸ਼ੁਰੂ ਹੁੰਦੀ ਹੈ, ਰੱਬ ਨੂੰ ਸਾਰਿਆਂ ਵਿੱਚ ਵੇਖਣ ਦੀ ਗੱਲ ਹੈ, ਪਰ ਸੱਚ ਜਾਣਨਾ ਜਦੋਂ ਸਾਡੇ ਅੰਦਰ ਅਧਿਆਤਮਿਕਤਾ ਆਏਗੀ ਨਾ, ਸਾਡੇ ਅੰਦਰ ਜਿਹੜੀ ਗੱਲ ਕੱਲ੍ਹ ਵੀ ਡਾਕਟਰ ਸਾਹਿਬ ਵੀ ਕਰ ਰਹੇ ਸਨ, ਵਾਰ-ਵਾਰ ਇਸ ਸਟੇਜ ਤੋਂ ਕੀਤੀ ਜਾਂਦੀ ਹੈ ਕਿ ਜਦੋਂ ਸਾਡੇ ਅੰਦਰ ਰੱਬੀ ਗੁਣ ਹੋਣਗੇ, ਸਾਡੇ ਅੰਦਰ ਅਧਿਆਤਮਿਕਤਾ ਆਵੇਗੀ, ਸੱਚ ਜਾਣਨਾ ਸਾਡੇ ਜੀਵਨ ਦੀ, ਮੇਰੇ ਤੋਂ ਪਹਿਲਾਂ ਜਿਹੜਾ ਲੈਕਚਰ ਸੀ ਉਹ ਵੀ ਇਹੀ ਸੀ ਕਿ ਤਰੱਕੀ ਤਾਂ ਹੈ, ਅੰਦਰ ਤੇ ਬਾਹਰ ਦੀ ਜਿਹੜੀ ਤਰੱਕੀ ਹੈ ਨਾ, ਉਹ ਸਾਡੇ ਸਮਾਜ ਦੀ ਇਹਨਾਂ ਗੱਲਾਂ ਵਿੱਚ ਛੁਪੀ। ਔਰ ਸਤਿਗੁਰੂ ਜੀ ਨੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਇਹ ਜਿਹੜਾ ਸੰਗਤ ਦਾ ਕਨਸੈਪਟ ਦੁਨੀਆ ਦੇ ਸਾਹਮਣੇ ਰੱਖਿਆ ਕਿ ਭਲਿਓ ਤੁਹਾਡੇ ਵਿੱਚ ਕੋਈ ਜਿਹੜਾ ਤੁਸੀਂ ਵਿਤਕਰੇ ਬਣਾਈ ਬੈਠੇ ਹੋ ਨਾ, ਇਹ ਵਿਤਕਰੇ ਰੱਬ ਦੇ ਬਣਾਏ ਹੋਏ ਨਹੀਂ ਹਨ, ਪਰਮਾਤਮਾ ਦੇ ਬਣਾਏ ਹੋਏ ਨੇ। ਪਰਮਾਤਮਾ ਨੇ ਤੇ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ, ਏਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾਰੇ। ਇੱਕੋ ਮਿੱਟੀ ਤੋਂ ਜਿਵੇਂ ਇੱਕ ਘੁਮਿਆਰ ਕਈ ਤਰ੍ਹਾਂ ਦੇ ਭਾਂਡੇ ਬਣਾ ਦਿੰਦਾ ਹੈ। ਭਾਈ ਵੀਰ ਸਿੰਘ ਨੇ ਬੜਾ ਸੁੰਦਰ ਲਿਖਿਆ ਵੀ ਦੋ ਸਿਆਣੇ ਬੰਦੇ ਘੁਮਿਆਰ ਦੇ ਘਰ ਚਲੇ ਗਏ, ਪੁਰਾਣੇ ਸਮੇਂ ਦੀ ਗੱਲ ਹੈ, ਭਾਂਡੇ ਲੈਣ ਵਾਸਤੇ, ਬਰਤਨ ਘੜੇ ਲੈਣ ਵਾਸਤੇ, ਤੇ ਉਹ ਨਾ ਭਾਂਡਿਆਂ ਨੂੰ ਟੁਣਕਾ ਕੇ ਵੇਖਣ ਲੱਗ ਪਏ, ਪਰਖ ਕੇ ਵੇਖਣ ਲੱਗੇ ਵੀ ਕੱਚੇ ਨੇ, ਕਿਹੋ ਜਿਹੇ ਨੇ, ਕਿਤੇ ਟੁੱਟੇ ਤੇ ਨਹੀਂ ਹੋਏ, ਤੇ ਉਹਨਾਂ ਵੇਖ ਵੇਖ ਕੇ ਸਾਈਡ 'ਤੇ ਰੱਖੀ ਜਾਂਦੇ ਨੇ, ਉਹਨਾਂ ਵਿੱਚੋਂ ਕਮੀਆਂ ਕੱਢੀ ਜਾਂਦੇ ਨੇ। ਕਵੀ ਦੀ ਆਪਣੀ ਇੱਕ ਉਡਾਰੀ ਹੈ, ਆਪਣੀ ਸੋਚ ਹੈ। ਕਵੀ ਇੱਕ ਸਾਡੇ ਸਾਹਮਣੇ ਇੱਕ ਦ੍ਰਿਸ਼ ਪੇਸ਼ ਕਰਕੇ, ਇੱਕ ਉਹ ਚਿੰਨ੍ਹ ਸਾਡੇ ਸਾਹਮਣੇ ਬਣਾ ਕੇ ਤੇ ਸਾਨੂੰ ਕੋਈ ਸਿੱਖਿਆ ਦੇਣਾ ਚਾਹੁੰਦਾ ਹੈ। ਤੇ ਉਹ ਕਵੀ ਕਹਿੰਦਾ ਹੈ ਕਿ ਜਦੋਂ ਇੱਦਾਂ ਭਾਂਡਿਆਂ ਦੀਆਂ ਕਮੀਆਂ ਕੱਢੀਆਂ ਤੇ ਭਾਂਡਿਆਂ ਵਿੱਚੋਂ ਆਵਾਜ਼ ਆਈ ਹੈ, ਤੇ ਕਵੀ ਦੀ ਆਪਣੀ ਕਲਪਨਾ ਹੈ। ਉਹ ਕਹਿੰਦਾ ਹੈ ਕਿ ਰਲ ਦੋ ਚਾਤਰ ਘਰ ਘੁਮਿਆਰਾਂ ਭਾਂਡੇ ਲੈਣ ਜੋ ਆਏ, ਟੁੱਟੇ ਪਿੱਲੇ ਕਾਲੇ 'ਚ ਇਹ ਆਖਣ ਵੇਖਣ ਜੋ ਟੁਣਕਾਏ, ਭਾਂਡੇ ਬੋਲੇ ਛਾਲਾ ਜੀਓ ਸਾਡੇ ਐਬ ਨਾ ਫੋਲੋ, ਜਾ ਉਹ ਸਾਖੋ ਜਿਸਨੇ ਅਸਾਂ ਬਣਾਏ। ਉਹ ਕਹਿੰਦੇ ਨੇ ਭਾਂਡੇ ਬੋਲੇ ਛਾਲਾ ਜੀਓ ਸਾਡੇ ਐਬ ਨਾ ਫੋਲੋ, ਕੋਈ ਆਪ ਬਣੇ ਹਾਂ, ਆਪਣੇ ਆਪ ਥੋੜ੍ਹੀ ਬਣ ਗਿਆ ਸੀ। ਜਾ ਉਹ ਸਾਖੋ, ਸਾਡੀ ਕਮੀ ਕੱਢਣ ਦਾ ਮਤਲਬ ਹੈ ਤੁਸੀਂ ਉਹ ਬਣਾਉਣ ਵਾਲੇ ਦੀ ਕਮੀ ਕੱਢ ਰਹੇ ਹੋ। ਤਾਂ ਗੁਰੂ ਨਾਨਕ ਸਾਹਿਬ ਜੀ ਨੇ ਇਹ ਜਿਹੜੀ ਸੰਗਤ ਦੀ, ਕਿਉਂਕਿ ਜਦੋਂ ਆਪਾਂ ਜਨਮ ਸਾਖੀਆਂ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜਿੱਥੇ ਵੀ ਗਏ, ਅੱਜ ਸਾਨੂੰ ਸਮਝਣਾ ਪਏਗਾ, ਇੱਕ ਬੜੀ ਵੱਡੀ ਵਿਚਾਰਨ ਵਾਲੀ ਗੱਲ ਹੈ। ਸਤਿਗੁਰੂ ਜਿੱਥੇ ਵੀ ਗਏ, ਤੁਸੀਂ ਪੁਰਾਤਨ ਜਨਮ ਸਾਖੀਆਂ, ਸਾਡਾ ਇਤਿਹਾਸ ਕਿਤੇ ਪੜ੍ਹੋ, ਤੇ ਉੱਥੇ ਸੰਗਤ ਕਾਇਮ ਕੀਤੀ।
ਪਹਿਲਾਂ ਤੇ ਮਲਕ ਭਾਗੋ ਵਰਗਿਆਂ ਨੂੰ, ਸੱਜਣ ਠੱਗ ਵਰਗਿਆਂ ਨੂੰ, ਕੌਡੇ ਵਰਗੇ ਜਿਹੜੇ ਰਾਖਸ਼ ਬਿਰਤੀ ਵਾਲੇ ਲੋਕ ਸਨ ਉਹਨਾਂ ਨੂੰ ਸੁਧਾਰਿਆ ਤੇ ਉਹਨਾਂ ਨੂੰ ਪ੍ਰਚਾਰਕ ਉੱਥੇ ਦਾ ਸਥਾਪਿਤ ਕੀਤਾ। ਜਿਵੇਂ ਆਪਾਂ ਚੋਰਾਂ ਦੀ ਗੱਲ ਵੀ ਕਰਦੇ ਹਾਂ, ਭੂਮੀਏ ਚੋਰ ਵਰਗੇ, ਵੇਖੋ ਕਿਹੋ ਜਿਹੇ ਪ੍ਰਚਾਰਕ, ਸੱਜਣ ਠੱਗ ਵਰਗੇ ਪ੍ਰਚਾਰਕ ਨੇ ਗੁਰੂ ਨਾਨਕ ਪਾਤਸ਼ਾਹ ਦੇ। ਉਹ ਰਾਖਸ਼ ਬਿਰਤੀ ਵਾਲਾ ਪ੍ਰਚਾਰਕ ਹੈ ਔਰ ਉੱਥੇ ਜਾ ਕੇ ਨਾ ਸੰਗਤ ਕਾਇਮ ਕੀਤੀ, ਗੁਰਦੁਆਰਾ ਨਹੀਂ ਬਣਾਇਆ। ਪੂਜਾ ਦਾ ਪਹਿਲਾਂ ਕਿਸੇ ਪੂਜਾ ਦੇ ਸਥਾਨ ਸਨ। ਪੂਜਾ ਦਾ ਸਥਾਨ ਕੀ ਹੁੰਦਾ ਵੀ ਜਾਓ, ਉਹ ਨਾ ਇੱਦਾਂ ਦਾ ਸਾਡੇ ਅੰਦਰ ਇਹ ਪੁਜਾਰੀਵਾਦ ਦੀ ਦੇਣ ਹੈ, ਸਾਨੂੰ ਸਮਝਣਾ ਪਏਗਾ। ਅੱਜ ਜੇਕਰ ਆਪਾਂ ਭਲਾ ਚਾਹੁੰਦੇ ਹਾਂ ਨਾ ਸਾਡਾ ਵੀ, ਸਾਡੇ ਸਮਾਜ ਦਾ, ਜਾਂ ਆਪਾਂ ਸੱਚ ਨੂੰ ਸਮਝਣ ਵਾਸਤੇ ਬੈਠੇ ਹਾਂ, ਸਾਨੂੰ ਸਮਝਣਾ ਪਏਗਾ ਚੜਾਵਾ ਚੜਾਉਣ ਦੀ ਜਿਹੜੀ ਰਵਾਇਤਾਂ ਚੱਲੀਆਂ ਨੇ ਨਾ, ਵੀ ਤੁਸੀਂ ਜੀ ਆਪਣੇ ਦਸਵੰਧ ਦੇ ਲੈਕਚਰ ਹੋਏਗਾ ਜਾਂ ਹੋ ਗਿਆ ਹੋਣਾ, ਉਹਦੀ ਇੱਕ ਪ੍ਰਥਾ ਅਲੱਗ ਹੈ, ਉਹਦਾ ਇੱਕ ਸਿਸਟਮ ਅਲੱਗ ਹੈ। ਉਹ ਵੀ ਸਮਾਜ ਨੂੰ ਅੱਗੇ ਲੈ ਕੇ ਜਾਣ ਵਾਸਤੇ ਗੁਰੂ ਸਾਹਿਬ ਜੀ ਨੇ ਜਿਹੜਾ ਉਹ ਇੱਕ, ਪਰ ਇਹ ਜਿਹੜਾ ਨਾ ਵੀ ਤੁਸੀਂ ਆਪਣੀ ਕਿਰਤ ਕਮਾਈ ਵਿੱਚੋਂ ਚੜਾਵਾ ਚੜਾਓ ਤਾਂ ਆਪਣੀ ਕਮਾਈ ਪਵਿੱਤਰ ਕਰ ਲਓ, ਭਾਵੇਂ ਤੁਸੀਂ ਜਿੰਨੀ ਮਰਜ਼ੀ ਪਾਪ ਦੀ ਕਮਾਈ ਕੀਤੀ, ਕੁਝ ਹਿੱਸਾ ਰਿਸ਼ਵਤ ਦੇ ਦਿਓ ਰੱਬ ਜੀ ਦੇ ਨਾਮ 'ਤੇ ਉਹ ਤੁਹਾਡਾ ਜਿਹੜਾ ਇਹ ਪਵਿੱਤਰ ਹੋ ਜਾਏਗਾ। ਇਹ ਤਕਰੀਬਨ ਸਾਰੇ ਧਰਮਾਂ ਦੇ ਵਿੱਚ ਹੀ ਰਿਹਾ ਇਸ ਤਰ੍ਹਾਂ। ਇਹ ਧਰਮਾਂ ਵਿੱਚ ਬੈਠੇ ਪੁਜਾਰੀ ਨੇ ਸਾਰਾ ਕੁਝ ਕੀਤਾ ਹੈ। ਜਿਸ ਜਗ੍ਹਾ 'ਤੇ ਇੱਦਾਂ ਹੋਣ ਲੱਗ ਜਾਓ ਉਹ ਪੂਜਾ ਦਾ ਸਥਾਨ ਬਣ ਜਾਂਦਾ ਹੈ। ਅੱਜ ਗੁਰਦੁਆਰੇ ਸਾਡੇ ਹੈ ਤੇ ਸੰਗਤ ਕਰਨ ਵਾਸਤੇ ਸਨ, ਪਰ ਅੱਜ ਵੇਖਦੇ ਹਾਂ ਪੂਜਾ ਦੇ ਸਥਾਨ ਬਣ ਕੇ ਰਹਿ ਗਏ। ਅਸੀਂ ਚੜਾਵੇ ਚੜਾ ਰਹੇ ਹਾਂ, ਰੁਮਾਲੇ 1 ਤੋਂ 2 ਕਿੰਨੇ ਤੁਸੀਂ ਗੁਰਦੁਆਰਿਆਂ ਦੇ ਸਟੋਰਾਂ ਵਿੱਚ ਜਾ ਕੇ ਵੇਖੋ, ਸਟੋਰ ਭਰੇ ਪਏ ਨੇ ਇੰਨਾ ਜ਼ਿਆਦਾ। ਉਹ ਸਮਾਨ ਹੁਣ ਤੇ ਬੰਗਲਾ ਸਾਹਿਬ ਲਿਖ ਕੇ ਵੀ ਉਹਨਾਂ ਲਾ ਦਿੱਤਾ ਵੀ ਹੁਣ ਬਹੁਤ ਹੋ ਗਿਆ, ਝਾੜੂ ਤੇ ਨਮਕ ਚੜਾਉਣਾ ਬੰਦ ਕਰ ਦਿਓ, ਰੱਖਣ ਦੀ ਥਾਂ ਨਹੀਂ ਬਚੀ। ਮਤਲਬ ਇੱਦਾਂ ਦਾ ਜਦੋਂ ਹੁੰਦਾ ਨਾ ਚੜਾਵਾ, ਦਾਲਾਂ ਕੀੜੇ ਪੈ ਗਏ ਇੰਨੀਆਂ ਕੁ ਜ਼ਿਆਦਾ। ਇਹ ਜਦੋਂ ਇਸ ਤਰ੍ਹਾਂ ਦੇ ਬਣ ਜਾਣ ਤੇ ਪੂਜਾ ਦੇ ਸਥਾਨ ਬਣ ਜਾਂਦੇ ਨੇ। ਪਰ ਗੁਰੂ ਨਾਨਕ ਨੇ ਪੂਜਾ ਦਾ ਸਥਾਨ ਨਹੀਂ ਸੀ ਬਣਾਇਆ, ਉਹਨਾਂ ਨੇ ਸੰਗਤ ਕਰਨ ਵਾਸਤੇ ਧਰਮਸ਼ਾਲਾ ਬਣਾਈ ਤਾਂ ਕਿ ਆਣ ਕੇ ਬੈਠੋ, ਇੱਕ ਦੂਜੇ ਦੇ ਨਾਲ ਕੁਝ ਵਿਚਾਰਾਂ ਕਰੋ। ਔਰ ਇੱਕ ਗੱਲ ਨਾ ਬੜੀ ਵਧੀਆ ਬਾਣੀ ਵਿੱਚ ਬੜੀ ਖੂਬਸੂਰਤ ਭਗਤ ਰਵਿਦਾਸ ਨੇ ਕਹੀ, ਉਹ ਕਹਿੰਦੇ ਨੇ ਸਤ ਸੰਗਤ ਮਿਲ ਰਹੀਏ ਮਾਧੋ ਜੈਸੇ ਮਧਪ ਮਖੀਰਾ। ਕਹਿਣ ਲੱਗੇ ਸਤ ਸੰਗਤ ਵਿੱਚ ਨਾ ਇੱਦਾਂ, ਇਹ ਪੰਕਤੀ ਦੇ ਮੈਨੂੰ ਇੱਕ ਦਿਨ ਉਦੋਂ ਸਮਝ ਆਈ ਕਿ ਮੈਂ ਕਿਤੇ ਬੁਲਾਇਆ ਸੀ, ਕਿਸੇ ਪਿੰਡ ਵਿੱਚ ਗਿਆ ਵਿਚਾਰਾਂ ਕਰਨ ਵਾਸਤੇ, ਪੰਜਾਬ ਦੀ ਗੱਲ ਹੈ। ਅਤੇ ਉਹਨਾਂ ਨੇ ਨਾ ਆਪਣੇ ਬਾਹਰ ਖੇਤਾਂ ਦੇ ਵਿੱਚ ਮਧੂ ਮੱਖੀਆਂ ਪਾਲਣ ਵਾਸਤੇ ਉਹ ਬਾਕਸ ਰੱਖੇ ਹੋਏ ਸਨ। ਇੱਥੇ ਭਗਤ ਰਵਿਦਾਸ ਕਹਿੰਦੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੂ ਮੱਖੀਆਂ, ਮਖੀਰਾਂ, ਉਹ ਮੱਖੀਆਂ ਜਿੱਦਾਂ ਰਹਿੰਦੀਆਂ ਨੇ। ਅਤੇ ਸਾਨੂੰ ਤਾਂ ਨਹੀਂ ਪਤਾ, ਪਰ ਉਹ ਜਿਹੜੇ ਪਾਲਦੇ ਉਹਨੇ ਮੈਨੂੰ ਦੱਸਿਆ, ਕਹਿਣ ਲੱਗੇ ਵੀ ਇਹ ਨਾ ਜਿਹੜੇ ਬਾਕਸ ਹੈ ਇਹਦੇ ਵਿੱਚ ਛੱਤਾ ਲੱਗਦਾ ਅਤੇ ਇਹਨਾਂ ਹਰੇਕ ਮੱਖੀਆਂ ਦੇ ਭਾਵੇਂ ਰਹਿੰਦੀਆਂ ਇਕੱਠੀਆਂ ਨੇ, ਹੈਗੀਆਂ ਇਕੱਠੀਆਂ ਨੇ, ਪਰ ਇਹਨਾਂ ਦੇ ਨਾ ਆਪੋ ਆਪਣੇ ਜ਼ਿੰਮੇਵਾਰੀਆਂ ਨੇ। ਇੱਕ ਰਾਣੀ ਮੱਖੀ ਜ਼ਿੰਮੇਵਾਰੀ ਦਿੰਦੀ ਇਹਨਾਂ ਨੂੰ। ਕੁਝ ਮੱਖੀਆਂ ਦਾ ਕੰਮ ਹੈ ਵੀ ਤੁਸੀਂ ਉਹਦੇ ਵਿੱਚ ਨਾ ਉਹ ਜਿਹੜੇ ਖਾਂਚੇ ਬਣਾਉਣੇ ਨੇ ਜਿਹਦੇ ਵਿੱਚ ਸ਼ਹਿਦ ਭਰਿਆ ਜਾਣਾ ਹੈ। ਕਈਆਂ ਮੱਖੀਆਂ ਦੀ ਡਿਊਟੀ ਲੱਗੀ ਵੀ ਤੁਸੀਂ ਇਹਦੇ ਵਿੱਚ ਆਂਡੇ ਦੇਣੇ ਨੇ, ਬੱਚੇ ਦੇਣੇ ਨੇ। ਕਈਆਂ ਮੱਖੀਆਂ ਦੀ ਡਿਊਟੀ ਲੱਗੀ ਵੀ ਤੁਸੀਂ ਬਾਹਰੋਂ ਫੁੱਲਾਂ ਵਿੱਚੋਂ ਰਸ ਲੈ ਕੇ ਆਉਣਾ ਹੈ। ਕਈਆਂ ਮੱਖੀਆਂ ਦੀ ਡਿਊਟੀ ਲੱਗੀ ਹੋਈ ਵੀ ਤੁਸੀਂ ਇਹਦੇ ਉੱਤੇ ਰਾਖੀ ਕਰਨੀ ਹੈ। ਹੈਗੀਆਂ ਇਕੱਠੀਆਂ ਨੇ ਪਰ ਆਪਣੀ ਆਪਣੀ ਜ਼ਿੰਮੇਵਾਰੀਆਂ ਵੱਖਰੀਆਂ ਵੱਖਰੀਆਂ ਨੇ। ਇੱਥੋਂ ਮੈਨੂੰ ਸਮਝ ਆਈ ਵੀ ਭਗਤ ਰਵਿਦਾਸ ਐਵੇਂ ਛੋਟੀ ਜਿਹੀ ਗੱਲ ਨਹੀਂ ਕਹਿ ਰਹੇ, ਕਹਿੰਦੇ ਨੇ ਵੀ ਸੰਗਤ ਦਾ ਮਤਲਬ ਹੈ ਕਿ ਰਹੋ ਇਕੱਠੇ ਪਰ ਕੁਝ ਜ਼ਿੰਮੇਵਾਰੀਆਂ ਚੁੱਕ ਲਓ, ਆਪੋ ਆਪਣੀਆਂ ਜ਼ਿੰਮੇਵਾਰੀਆਂ ਚੁੱਕ ਲਓ ਵੀ ਆਹ ਕੰਮ ਮੈਂ ਕਰਨਾ ਹੈ, ਆਹ ਕੰਮ ਮੈਂ ਕਰਨਾ ਹੈ। ਇਹ ਨਾ ਹੋਵੇ ਵੀ ਜਿੱਥੇ ਇੱਕ ਪੋਚਾ ਲਾ ਕੇ ਗਿਆ ਦੂਜਾ ਵੀ ਉੱਥੇ ਪੋਚਾ, ਇੱਕ ਝਾੜੂ ਲਾ ਕੇ ਗਿਆ ਦੂਜਾ ਵੀ ਉੱਥੇ ਝਾੜੂ ਲਾਉਣ ਲੱਗਿਆ ਹੋਇਆ ਹੈ। ਇਹ ਸੰਗਤ ਨਹੀਂ ਹੈ। ਇੱਕ ਨੇ ਉਹ ਕੰਮ ਕੀਤਾ ਦੂਜਾ ਵੀ ਉਹੀ ਕੰਮ ਆ ਕੇ ਉਹੀ ਕਰੀ ਜਾ ਰਿਹਾ। ਸੰਗਤ ਦਾ ਮਤਲਬ ਹੈ ਕਿ ਜਿੱਥੇ ਵੀ ਰਹੀਏ, ਜਿਹੜੇ ਇਲਾਕੇ ਵਿੱਚ, ਉੱਥੇ ਜ਼ਿੰਮੇਵਾਰੀਆਂ ਵੰਡ ਲਈਆਂ ਜਾਣ ਕਿ ਆਹ ਕੰਮ ਮੇਰੀ ਜ਼ਿੰਮੇਵਾਰੀ, ਤਾਂ ਕਿ ਅਸੀਂ ਆਪਣੇ ਆਪ ਨੂੰ, ਆਪਣੇ ਸਮਾਜ ਨੂੰ, ਆਪਣੇ ਪਰਿਵਾਰਾਂ ਦੇ ਅੰਦਰ ਉਹ ਸੋਚ ਜਿਹੜੀ ਸੰਗਤ ਦੇ ਦੁਆਰਾ ਗੁਰੂ ਸਾਹਿਬ ਜੀ ਨੇ ਦਿੱਤੀ ਉਹ ਆਪਣੇ ਜੀਵਨ ਦੇ ਵਿੱਚ ਪੈਦਾ ਕੀਤੀ ਜਾ ਸਕੇ। ਜਦੋਂ ਆਪਾਂ ਗੱਲ ਕਰਦੇ ਹਾਂ, ਭਾਈ ਗੁਰਦਾਸ ਕਹਿੰਦੇ ਨੇ ਕਿ ਧਰਮਸ਼ਾਲ ਕਰਤਾਰਪੁਰ ਸਾਧ ਸੰਗ ਸੱਚਖੰਡ ਵਸਾਇਆ। ਕਿਆ ਬਾਤ ਕੀਤੀ, ਕਿੰਨੀ ਖੂਬਸੂਰਤ ਗੱਲ ਹੈ। ਉਹ ਕਹਿੰਦੇ ਸਨ ਇਕਾਂਤਵਾਸ ਹੋ ਕੇ ਇੱਦਾਂ ਸੱਚਖੰਡ ਵਿੱਚ ਉੱਥੇ ਪਹੁੰਚੇ। ਅਤੇ ਇਹ ਗੁਰਮਤਿ ਦਾ ਕਨਸੈਪਟ ਹੈ ਕਿ ਸੱਚਖੰਡ ਕੀ ਹੈ, ਸਵਰਗ ਕੀ ਹੈ।
जहाँ पुकुंठ तहाँ बुकुंठ जय कीर्तन तेरा। कहो कबीरे कहिए काहे साध संगत बैकुंठे आहे। कहने लगे मेरे वास्ते बैकुंठ किते होर नहीं है, किसी दूजी दुनिया विच नहीं है। मेरे वास्ते बैकुंठ उत्थे है जिथे सत संगत, कली संगत ही नहीं, कला संग ही नहीं। ये तो ठीक है दुनियावी संग दे विच भी सानू बहुत कुछ मिलता है। जिहड़ी मैं गल कर रहा सा भी अगांह वधना है, तरक्की करनी है, गति करनी है अपने जीवन विच, ते उत्थे फिर समूह के रूप में चलना पेगा, एक दूजे नूं नाल लैके चलना पेगा। उहनूं कहा जाता संगत। पर जदों गुरु साहिब ने इस तो अगे की गल की सत संगत, सत संगत का अर्थ है जिथे सच की संगत की जाए, जिथे सच का संग किया जाए, जिथे बैठ के सच नूं। हुणे कबीर जी गल कर रहे सन कि कई शब्दों के अर्थ ना कई के कर जाने आ भी आ भी अर्थ बनता, आ भी अर्थ बनता, आ भी अर्थ। साडे प्रचारकों की आ हालत इहो जी बनी हुई। पर मैं कहना भी गुरु ने तो जिहड़ा शब्द उच्चारण किया किसी एक भाव दे, सानू अपनी मत छड्ड के वेखना चाहिए भी गुरु की कहना चाहुंदा है। असीं तो अपने एंगल तो ही अपने नज़रिए तो ही विचार रहे हैं ना, किसी भी बाणी नूं, किसी भी शब्द नूं वो अपने मतलब नूं पासे रख के वेखना पेगा गुरु साहिब इहदे विच की कहना चाहुंदे ने। इस करके ध्यान देना मनुख दे जीवन दे विच जिहड़े साडे जीवन दे संस्कार हन, तीन तरह दे तरीकिਆਂ नाल बनदे ने। पहला माँ बाप तो, दूजा संगत तो, तीजा निजी जिहड़े साडे एक्सपीरियंस हुंदे ने, निजी तजर्बे हुंदे ने, उन्हां तो साडे संस्कार बनदे ने। पर सब तो वध जिहड़े साडे जीवन दे अंदर संस्कार काम करदे ने, जिहड़े संगत विचों सानूं मिले होण। संगत चंगी होवेगी, संस्कार चंगे बन जाणगे। संगत माड़ी होवेगी, संस्कार माड़े बन जाणगे। इस करके मनुखी जीवन की उसारी विचारां ते निर्भर है, ते जिहड़े विचार हन उस संगत विचों मिलदे ने। साडे जीवन की जिहड़ी उसारी विचारां ते निर्भर है, ते विचार संगत विचों मिलदे। जे जीवन की उसारी करनी है, उसारी का तो मतलब उच्चे जाना हुंदा ना, एक निगार वाले पासे जाना है। जे उसारी करनी है तो सानू सत संगत वेखनी पेगी, चंगे विचारां वाली संगत वेखनी पेगी। तां ही आख्या सत संगत कैसी जाणीए जिथे एको नाम वखाणीए। जिथे को नाम, नाम दा अर्थ केवल मैं जिवें कल भी गल कीती सी, दो अखर नहीं हन। नाम दा अर्थ बहुत अर्थां विच नाम वरतिया गया। नाम दा अर्थ सच, सच दी विचार, सच दा सिद्धांत, जिथे उहदी व्याख्या की जाती होवे, जिथे सच नूं समझण दा। नाम दा अर्थ ये नहीं कि संगत वो नहीं, मैनूं माफ़ करना भी जिथे दो शब्दों का रटन किया, दो घंटे को वाहिगुरू वाहिगुरू कहण ते ला दईए, विचार तो हो ही नहीं, पता लग किसी नूं गुरमत मिली कोई नहीं। असीं कहिए भी सिमरन करके आ गए हैं, असीं यही कुछ कर रहे हैं। मैं तो बहुत एक गल बहुत बारी करदा हुन्ना, कदे असीं समझण दा यतन ही नहीं कीता। गुरु अर्जन साहिब जी ने बहुत वड्डे दो कारज कीते कि एक आप अक्सर कहने हरमंदर साहिब जो दरबार साहिब बनाया तो चार दरवाजे भी जितों भी कोई मर्जी आ सकता है, अक्सर ये तुसीं सारे जानते तो सुनते हो। तो दूजा सी वो संगत करन वास्ते एक दरबार साहिब एक इहो जिहा केंद्र स्थापित किया जिहदी बहुत वड्डी महानता है, बड़े वड्डी उहदी व्याख्या की जा सकती। पर मैं संखेप पर उहदे विच ना गुरु साहिब जी ने मूर्ति नहीं रखी। गुरु आम मंदिर जो आम धर्म स्थान बनते हैं उत्थे विच मूर्ति रख दी जाती है। तो गुरु अर्जन साहिब ते गुरु नानक की मूर्ति रख सकते, सिखो आओ ये भोग लवाओ, चढ़ावे चढ़ाओ, जिवें अज असीं कर रहे हैं। सानू तोर दिता गया भी मूर्तियां दे अगे थाल रख के अरदासां करो, गुरु नानक पातशाह नूं भोग लवाओ। गुरु अर्जन साहिब ने ऐसा नहीं किया। उन्होंने की किया सी? प्रकाश धर्म स्थान बनाया, ਉਹਦੇ ਵਿੱਚ प्रकाश किया भी आ पढ़ो। गुरु ग्रंथ साहिब की बीड़ तैयार करके रख ली। तो किन्नी महानता संगत दी। जिस दिन प्रकाश किया उस दिन तो बाद सतगुरु जी भी संगत में आके बैठ गए। गुरु अर्जन साहिब जी उस दिन तो बाद संगत में आके बैठ गए। ये संगत की किन्नी वड्डी महानता है कि इस बाणी नूं पढ़ो। तो अज असीं पढ़न वाले पासे नहीं, संगत में बैठ के पढ़िया जाए, संगत में बैठ के विचारिया जाए, संगत में बैठ के गुरु ग्रंथ साहिब महाराज नूं समझिया जाए।
ਇਸ ਵਾਲੇ ਪਾਸੇ ਭਾਈ ਨੰਦ ਲਾਲ ਜੀ ਨੇ ਬੜਾ ਪਿਆਰਾ ਲਿਖਿਆ, ਕਹਿੰਦੇ ਨੇ ਆ ਹਜ਼ੂਮੇ ਖੁਸ਼ ਕਿ ਬਹਿਰੇ ਜ਼ਿੰਦਗੀਸਤ। ਕਹਿੰਦੇ ਨੇ ਹਜ਼ੂਮ ਇਕੱਠ, ਉਹ ਇਕੱਠ ਬੜਾ ਚੰਗਾ ਹੈ, ਬੜੀ ਖੁਸ਼ੀ ਦੇਣ ਵਾਲਾ ਹੈ, ਜਿਸ ਇਕੱਠ ਦੇ ਵਿੱਚ ਜ਼ਿੰਦਗੀ ਨੂੰ ਵਿਚਾਰਿਆ ਜਾਂ ਆਪਣੇ ਜੀਵਨ ਨੂੰ ਵਿਚਾਰਿਆ, ਜਿੱਥੋਂ ਇੱਕ ਨਵਾਂ ਜੀਵਨ ਪ੍ਰਾਪਤ ਹੋਵੇ। ਆ ਹਜ਼ੂਮੇ ਖੁਸ਼ ਕਿ ਬਹਿਰੇ ਬੰਦਗੀਸਤ, ਜਿੱਥੇ ਬੰਦਗੀ ਕੀਤੀ ਜਾਂਦੀ ਹੋਵੇ, ਜਿੱਥੇ ਪਰਮਾਤਮਾ ਦਾ ਸਿਮਰਨ ਕੀਤਾ ਜਾਂਦਾ ਹੋਵੇ, ਉਹ ਸੰਗਤ ਜਿਹੜੀ ਹੈ ਬਹੁਤ ਮਹਾਨ ਹੈ। ਜੋ ਚੰਦਨ ਨਿਕਟ ਬਸੇ ਹਿਰਦ ਬੱਪੜਾ, ਤਿਉ ਸਰ ਸੰਗਤ ਮਿਲ ਪਤਤ ਪ੍ਰਵਾਨ। ਚੰਦਰ ਦੇ ਨੇੜੇ ਸ਼ੇਖ ਸ਼ਾਦੀ ਨੇ ਇੱਕ ਬੜਾ ਪਿਆਰਾ ਇਹ ਉਹਨਾਂ ਨੇ 2-4 ਲਾਈਨਾਂ ਲਿਖੀਆਂ। ਕਹਿਣ ਲੱਗੇ, ਇੱਕ ਵਾਰੀ ਨਾ ਮੈਂ ਕਹਿ ਦਿੱਤਾ ਕਿਸੇ ਨੂੰ, ਆਪਣੀ ਵਾਈਫ ਆਪਣੀ ਪਤਨੀ ਦਾ ਨਾਮ ਲੈਂਦਾ ਵੀ ਹੱਥ ਸਾਫ਼ ਕਰਨੇ ਦੀ ਮਿੱਟੀ ਲੈ ਕੇ ਆ, ਅਤੇ ਉਹ ਮਿੱਟੀ ਲੈ ਕੇ ਆਈ ਅਤੇ ਮਿੱਟੀ ਵਿੱਚੋਂ ਖੁਸ਼ਬੂ ਆ ਰਹੀ ਸੀ, ਬੜੀ ਖੁਸ਼ਬੂ ਆਈ। ਅਤੇ ਉਹ ਕਹਿੰਦੇ, ਮੈਂ ਮਿੱਟੀ ਨੂੰ ਪੁੱਛ ਲਿਆ ਵੀ ਤੂੰ ਮਿੱਟੀ ਤਾਂ ਨਹੀਂ ਲੱਗਦੀ, ਤੇਰੇ ਵਿੱਚੋਂ ਖੁਸ਼ਬੂ ਮਹਿਕ ਬਹੁਤ ਜ਼ਿਆਦਾ ਆ ਰਹੀ ਹੈ, ਤੂੰ ਤੇ ਅੰਬਰ ਹੈ ਜਾਂ ਕਸਤੂਰੀ ਹੈ। ਅਤੇ ਮਿੱਟੀ ਆਵਾਜ਼ ਮਾਰਦੀ ਅੱਗੋਂ ਜਵਾਬ ਦਿੰਦੀ, ਕਹਿਣ ਲੱਗੀ, ਨਹੀਂ ਮੈਂ ਤੇ ਨਿਮਾਣੀ ਮਿੱਟੀ ਹਾਂ, ਮੇਰੀ ਕੋਈ ਔਕਾਤ, ਮੇਰੀ ਕੋਈ ਪਾਇਆ ਨਹੀਂ ਹੈ, ਪਰ ਬਹੁਤ ਲੰਬੇ ਸਮੇਂ ਤੋਂ ਮੈਂ ਇੱਕ ਇਹ ਫੁੱਲਾਂ ਦਾ ਬੂਟਾ ਸੀ ਅਤੇ ਉਹ ਮੇਰੇ ਵਿੱਚ ਉੱਗਿਆ ਹੋਇਆ ਸੀ ਅਤੇ ਉਹਦਾ ਸੰਗ ਕਰ ਰਹੀ ਸਾਂ, ਬੜੇ ਲੰਬੇ ਸਮੇਂ ਤੋਂ ਸੰਗ ਕਰ ਰਹੀ ਸਾਂ ਅਤੇ ਉਹਦੀ ਮਹਿਕ ਮੇਰੇ ਵਿੱਚ ਆ ਗਈ ਹੈ। ਉਹ ਕਹਿੰਦਾ ਵੀ ਸੰਗਤ ਆਹ ਅਸਰ ਕਰਦੀ ਸਾਡੇ ਜੀਵਨ ਦੇ ਵਿੱਚ। ਜੇਕਰ ਅਸੀਂ ਗੁਣਾਂ ਦੀ ਸੰਗਤ ਕਰਾਂਗੇ, ਗੁਰਮੁਖਾਂ ਦੀ ਸੰਗਤ ਕਰਾਂਗੇ, ਜਾਂ ਇਉਂ ਕਹਿ ਲਓ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰਾਂਗੇ, ਅਤੇ ਉਹ ਮਹਿਕ, ਉਹ ਗੁਣ ਜਿਹੜੇ ਨੇ ਉਹ ਸਾਡੇ ਜੀਵਨ ਦੇ ਵਿੱਚ ਆ ਜਾਣਗੇ। ਕਿਉਂਕਿ ਬਾਬਾ ਕਬੀਰ ਕਹਿੰਦਾ ਹੈ, ਕਬੀਰ ਮਨ ਪੰਖੀ ਭਇਓ ਉੱਡ ਉੱਡਦਾ ਦਿਸ਼ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਨਾਲ ਹੀ ਕਹਿ ਦਿੱਤਾ, ਕਬੀਰ ਮਾਰੀ ਮਰੋ ਕੋ ਸੰਗ ਕੀ, ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀਏ, ਸਾਖਤ ਸੰਗ ਨਾ ਹੇਰ। ਮਾੜੀ ਸੰਗਤ ਕਰੇਗਾ ਤੇ ਭਾਵੇਂ ਤੂੰ ਚੰਗਾ ਵੀ ਹੋਵੇਂਗਾ, ਪਰ ਜਿੱਦਾਂ ਕੇਲੇ ਦੇ ਬੂਟੇ ਕੋਲ ਬੇਰੀ ਦਾ ਪੇੜ ਪੈਦਾ ਹੋ ਜਾਏ ਤੇ ਉਹ ਜਦੋਂ ਹਵਾ ਆਉਂਦੀ ਏ ਤੇ ਉਹਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੰਦੀ ਏ, ਕਹਿਣ ਲੱਗੇ ਤੇਰਾ ਜੀਵਨ ਵੀ ਇਸ ਤਰ੍ਹਾਂ ਦਾ ਬਰਬਾਦ ਹੋ ਜਾਏਗਾ, ਦੁਖੀ ਹੋਵੇਂਗਾ ਜੇ ਕੋਈ ਸੰਗਤ ਕਰੇਗਾ, ਮਾੜੀ ਸੰਗਤ ਕਰੇਗਾ ਤਾਂ। ਇਸ ਕਰਕੇ ਸੰਗਤ ਸਾਡੇ ਜੀਵਨ ਦੇ ਅੰਦਰ ਬਹੁਤ ਜ਼ਿਆਦਾ ਅਸਰ ਪਾਉਂਦੀ ਹੈ। ਜਿਸ ਤਰ੍ਹਾਂ ਸਰ ਦੱਸ ਰਹੇ ਸਨ ਕਿ ਫਿਰ ਧਿਆਨ ਦੇਣਾ ਵੀ ਇੱਕ ਤੇ ਅਸਰ, ਦੂਜਾ ਸਮਾਨਤਾ, ਸੰਗਤ ਵਿੱਚ ਬਰਾਬਰਤਾ, ਊਚ ਨੀਚ ਨਹੀਂ, ਭਿੰਨ ਭੇਦ ਨਹੀਂ, ਫਰਕ ਨਹੀਂ, ਸਾਰਿਆਂ ਵਿੱਚ ਇੱਕ ਰੱਬ ਨੂੰ ਵੇਖਣ। ਇੱਕ ਬਹੁਤ ਵੱਡਾ ਉਸ ਵੇਲੇ ਸਤਿਗੁਰੂ ਜੀ ਨੇ ਇਹ ਸਾਨੂੰ ਕਨਸੈਪਟ ਦਿੱਤਾ, ਜਿਹਦੇ ਨਾਲ ਅਸੀਂ ਸਿੱਖਾਂ ਨੇ ਤਰੱਕੀ ਵੀ ਬੜੀ ਕੀਤੀ ਉਦੋਂ। ਅੱਜ ਅੱਜ ਤੇ ਉਸ ਨਾਲੋਂ ਤਰੱਕੀ ਸਪੁੱਤਰ ਨਹੀਂ ਬਣ ਸਕੇ ਨਾ ਅਸੀਂ। ਸਪੁੱਤਰ ਤੇ ਹੁੰਦਾ ਜਿਹੜਾ ਹੋਰ ਜ਼ਿਆਦਾ ਵਧਾ ਦੇਵੇ ਬਾਪ ਦੇ ਕਾਰੋਬਾਰ ਬਿਜ਼ਨਸ ਨੂੰ, ਪਰ ਅਸੀਂ ਤੇ ਜੋ ਉਹਨਾਂ ਦਿੱਤਾ ਸੀ ਉਹਨੂੰ ਵੀ ਘਟਾ ਦਿੱਤਾ ਹੈ, ਉਹਨੂੰ ਵੀ ਖਤਮ ਕਰ ਦਿੱਤਾ ਹੈ। ਉਹਨੂੰ ਅੱਗੇ ਲੈ ਕੇ ਜਾਂਦੇ, ਉਹ ਇੰਨਾ ਕੁ ਮਹਾਨ ਬਣਾਉਂਦੇ ਤਾਂ ਕਿ ਸੰਗਤ ਦਾ ਕਨਸੈਪਟ ਕੇਵਲ ਗੁਰਦੁਆਰੇ ਵਿੱਚ ਆ ਕੇ ਨਹੀਂ ਖਤਮ ਹੋ ਜਾਂਦਾ। ਉੱਥੋਂ ਇੱਕ ਸਿੱਖਿਆ ਮਿਲਦੀ ਵੀ ਜਿੱਦਾਂ ਇੱਥੇ ਅਸੀਂ ਇਕੱਠੇ ਬੈਠੇ ਹਾਂ, ਇੱਦਾਂ ਅਸੀਂ ਹੋਰ ਥਾਵਾਂ 'ਤੇ ਵੀ, ਪਰਿਵਾਰ ਵਿੱਚ ਵੀ ਇੱਦਾਂ ਬੈਠਣਾ ਹੈ। ਪਰਿਵਾਰ ਵੀ ਸੰਗਤ ਹੈ ਸਾਡੀ, ਵੀ ਇੱਥੇ ਊਚ ਨੀਚ ਨਹੀਂ, ਪਰਿਵਾਰ ਵਿੱਚ ਵੀ ਅਸੀਂ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਹਾਂ। ਉੱਥੇ ਵੀ ਨੂੰਹ ਸੱਸ ਨੂੰ ਵੱਖਰਾ ਨਾ ਸਮਝੇ, ਸੱਸ ਨੂੰਹ ਨੂੰ ਵੱਖਰਾ ਨਾ ਸਮਝੇ, ਇੱਦਾਂ ਹੀ ਹੋਰ ਜਿੰਨੇ ਵੀ ਸਾਡੇ ਰਿਲੇਸ਼ਨ ਨੇ ਉਹਨਾਂ ਵਿੱਚ ਕੋਈ ਵੱਖਰੇਵਾਂ ਨਾ ਹੋਵੇ। ਇਹ ਹੈ ਸੰਗਤ ਦਾ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਸਿੱਖਿਆ ਦਿੱਤੀ। ਫਿਰ ਅਸੀਂ ਆਪਣੇ ਮੁਹੱਲਿਆਂ ਵਿੱਚ, ਬਰਾਦਰੀ ਵਿੱਚ, ਸਮਾਜ ਵਿੱਚ, ਦੇਸ਼ ਵਿੱਚ, ਬਲਕਿ ਪੂਰੇ ਵਰਲਡ ਦੇ ਵਿੱਚ ਇੱਦਾਂ ਵਿਚਰਨ ਦਾ ਉੱਥੋਂ ਸਿੱਖਿਆ ਲੈ ਕੇ ਚੱਲ ਸਕੀਏ। ਅਤੇ ਜਿਹੜੀ ਪੰਗਤ ਦੀ ਗੱਲ ਹੈ ਉਹ ਕੇਵਲ ਲੰਗਰ ਤੇ ਆ ਕੇ ਨਹੀਂ ਖਤਮ ਹੋ ਜਾਂਦੀ। ਉੱਥੇ ਵੀ ਦਾ ਮਤਲਬ ਸੀ ਪੰਗਤ ਵੀ ਇਸ ਕਰਕੇ, ਕਿਉਂਕਿ ਜਿੱਦਾਂ ਗੱਲ ਕਰ ਰਹੇ ਸਾਂ ਵੀ ਉਹਨਾਂ ਨੇ ਲੜਾਈ ਵਿੱਚ ਵੱਖਰੇ ਵੱਖਰੇ ਥਾਲੀਆਂ ਰੱਖੀਆਂ ਹੋਈਆਂ ਸਨ ਪਾਣੀਪਤ ਦੀ ਲੜਾਈ ਦੇ ਵਿੱਚ, ਵੀ ਆਪਣਾ ਜੇ ਅੱਜ ਅਸੀਂ ਵੀ ਉਹ ਕੁਝ ਕਰ ਰਹੇ ਹਾਂ, ਅਸੀਂ ਵੀ ਪੰਗਤ ਦਾ ਕਨਸੈਪਟ ਜਿਹੜਾ ਸੀ ਵੀ ਸਾਰੇ ਇੱਕੋ ਹੀ ਲਾਈਨ ਵਿੱਚ, ਇੱਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕਣ, ਕਿਉਂਕਿ ਇਹਦਾ ਇੱਕ ਕਿ ਕੋਈ ਭੁੱਖਾ ਨਾ ਰਵੇ, ਕਿਉਂਕਿ ਸਰੀਰਕ ਤੰਦਰੁਸਤੀ ਬਹੁਤ ਜ਼ਰੂਰੀ ਹੈ। ਅਤੇ ਸਤਿਗੁਰੂ ਨੇ ਇੱਕ ਤੇ ਮਾਨਸਿਕ ਭੋਜਨ, ਆਤਮਿਕ ਭੋਜਨ, ਆਤਮਿਕ ਖੁਰਾਕ ਜਿਹੜੀ ਬਾਣੀ ਦੇ ਦੁਆਰਾ, ਵਿਚਾਰਾਂ ਦੇ ਦੁਆਰਾ ਸਤਿਗੁਰੂ ਨੇ ਦਿੱਤੀ। ਇੱਕ ਸਰੀਰਕ ਖੁਰਾਕ ਲੰਗਰ ਦੇ ਦੁਆਰਾ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਇੱਕ ਤਾਂ ਇਹ ਜਿੱਦਾਂ ਮਰਜ਼ੀ ਅੱਜ ਨਾ ਸਾਡੇ ਅੰਦਰ ਇਹ
ਬੜਾ ਸਮੱਸਿਆ। ਮੈਂ ਵਿਦੇਸ਼ਾਂ ਵਿੱਚ ਜਾ ਕੇ ਵੇਖਿਆ, ਕੈਨੇਡਾ ਵਿੱਚ ਇਹ ਜਿਹੜਾ ਵਾ ਉੱਥੇ ਨਾ ਦੋ ਤਰ੍ਹਾਂ ਦੇ ਗੁਰਦੁਆਰੇ ਨੇ। ਇੱਕ ਗੁਰਦੁਆਰੇ ਨੂੰ ਕਿਹਾ ਜਾਂਦਾ ਕੁਰਸੀਆਂ ਵਾਲੇ ਤੇ ਇੱਕ ਨੂੰ ਕਿਹਾ ਜਾਂਦਾ ਟਾਟਾਂ ਵਾਲੇ, ਕਿਉਂਕਿ 1999 ਵਿੱਚ ਬੜੀ ਵੱਡੀ ਪੰਥ ਵਿੱਚ ਬੜਾ ਵੱਡਾ ਦੁਫੇੜ ਪਿਆ। ਤੇ ਜਿਹੜਾ ਤੇ ਪ੍ਰਚਾਰਕ, ਉਸ ਪ੍ਰਚਾਰਕ ਤੇ ਸਾਂਝਾ ਹੁੰਦਾ ਨਾ, ਕੀਰਤਨੀਆ ਪ੍ਰਚਾਰਕ ਤੇ ਗੁਰੂ ਦੀ ਗੱਲ ਕਰਨ ਜਾਣਾ ਸੀ ਤਾਂ। ਤੇ ਮੈਂ ਜਦੋਂ ਗਿਆ ਤੇ ਉਹ ਕਹਿਣ ਲੱਗੇ ਵੀ ਤੁਸੀਂ ਉਹਨਾਂ ਦੇ ਗੁਰਦੁਆਰੇ, ਸਾਡੇ ਗੁਰਦੁਆਰੇ ਕਦਮ ਨਹੀਂ ਰੱਖਣਾ ਹੋਵੇਗਾ, ਤੁਸੀਂ ਕੁਰਸੀਆਂ ਵਾਲਿਆਂ ਦੇ ਆਏ ਹੋ। ਤਾਂ ਉਹ ਸੰਗਤ ਉਧਰ ਨਹੀਂ ਜਾਂਦੀ, ਉਹ ਆਪਸ ਵਿੱਚ ਭਰਾ ਜੇ ਉਹ ਦਾ ਮੇਰਾ ਤੇਰੇ ਨਾਲ ਕੋਈ ਸੰਬੰਧ ਨਹੀਂ ਹੈ। ਪਰ ਉੱਥੇ ਕੁਰਸੀਆਂ ਤੇ ਟਾਟਾਂ ਦਾ ਕੋਈ ਰੌਲਾ ਨਹੀਂ। ਵਿਚਾਰ ਸੀ ਵੀ ਸਾਰੇ ਇੱਕੋ ਜਿਹੇ ਆ, ਭਾਵੇਂ ਤੁਸੀਂ ਸਾਰੇ ਕੁਰਸੀਆਂ ਤੇ ਬੈਠ ਕੇ ਛਕ ਲਓ ਲੰਗਰ। ਗੱਲ ਤੇ ਬਰਾਬਰਤਾ ਦੀ ਸੀ। ਉਹ ਮੈਸੇਜ ਤੇ ਲਿਆ ਕੋਈ ਨਹੀਂ ਬਰਾਬਰਤਾ ਵਾਲਾ ਸੀ, ਤੇ ਕਰਮਾਂ ਕਾਂਡਾਂ ਵਿੱਚ ਹੀ ਫਸੇ ਰਹਿ ਗਏ। ਗੱਲ ਬਰਾਬਰਤਾ ਦੀ, ਫਿਰ ਧਿਆਨ ਦੇਣਾ, ਗੱਲ ਬਰਾਬਰਤਾ ਦੀ ਸੀ। ਗੱਲ ਹੈ ਕਿ ਜੇ ਸਾਰੇ ਤੁਸੀਂ ਇੱਕੋ ਜਿਹਾ ਲੰਗਰ ਛਕ ਰਹੇ ਹੋ, ਤੁਹਾਡੇ ਵਿੱਚ ਕੋਈ ਵਿਤਕਰਾ ਨਹੀਂ ਹੋ ਰਿਹਾ, ਫਰਕ ਨਹੀਂ। ਇਹ ਫਰਕ ਮਿਟਾਏ ਗੁਰੂ ਸਾਹਿਬ ਜੀ ਨੇ। ਪਰ ਅਸੀਂ ਤੇ ਫਰਕ ਪਾ ਕੇ ਬਹਿ ਗਏ, ਤੇ ਭਾਵੇਂ ਟਾਟਾਂ ਤੇ ਬੈਠ ਕੇ ਛਕ ਰਹੇ ਹਾਂ। ਜੇ ਫਰਕ ਨੇ ਤੇ ਫਿਰ ਪੰਗਤ ਨਹੀਂ ਕਰ ਰਹੇ। ਫਿਰ ਪੰਗਤ ਬੈਠੇ ਭਾਵੇਂ ਲਾਈਨ ਵਿੱਚ, ਪਰ ਪੰਗਤ ਨਹੀਂ ਕਰ ਰਹੇ। ਫਰਕ ਪਏ ਉਹਨੇ ਮਨਾਂ ਵਿੱਚ। ਫਰਕ ਇਹਦਾ ਇਹ ਸੀ ਕਿ ਫਰਕ ਖਤਮ ਕਰਨੇ ਨੇ। ਦੂਜੇ ਨੰਬਰ 'ਤੇ ਕੋਈ ਅੱਜ ਵੀ, ਕਿਉਂਕਿ ਜੋ ਅੱਜ ਲੰਗਰ ਦੇ ਨਾਮ 'ਤੇ ਅਸੀਂ ਦਿਖਾਵਾ ਕਰ ਰਹੇ ਹਾਂ, ਭਾਂਤ ਉਸ ਭਾਂਤੇ ਲੰਗਰ ਤਰ੍ਹਾਂ ਤਰ੍ਹਾਂ ਦੇ, ਕਿਉਂਕਿ ਪੰਗਤ ਦਾ ਸੰਬੰਧ ਲੰਗਰ ਨਾਲ ਹੈ। ਅਤੇ ਜਦੋਂ ਆਪਾਂ ਗੁਰਪੁਰਬ ਮਨਾਉਂਦੇ ਹਾਂ, ਇੰਨੇ ਕੁ ਜ਼ਿਆਦਾ ਵੇਸਟ ਜ਼ਿਆਦਾ ਹੁੰਦਾ ਹੈ, ਸੁੱਟਿਆ ਜ਼ਿਆਦਾ ਜਾਂਦਾ ਹੈ, ਖਾਧਾ ਘੱਟ ਜਾਂਦਾ ਹੈ। ਇਹਦੇ ਵਾਸਤੇ ਵੀ ਸਾਨੂੰ ਸੋਚਣ ਦੀ ਲੋੜ ਹੈ ਕਿ ਲੰਗਰ ਸਾਡਾ ਇੱਕ ਹੀ ਸਥਾਨ 'ਤੇ ਹੋਣਾ ਚਾਹੀਦਾ, ਜਿੱਥੇ ਉੱਥੇ ਸਾਰੇ ਆਪੋ ਆਪਣਾ ਯੋਗਦਾਨ ਪਾ ਦਿਓ। ਉਹ ਲੰਗਰ ਵਧੀਆ ਬਣਾ ਦਿਓ। ਇੱਕ ਜਿਵੇਂ ਗੁਰੂ ਸਾਹਿਬ ਨੇ ਬਾਣੀ ਵਿੱਚ ਵੀ ਆਇਆ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਘਿਆਲੀ, ਮਾਤਾ ਖੀਵੀ ਨੇਕ ਜਨ। ਮਾਤਾ ਖੀਵੀ ਜੀ ਦਾ ਜ਼ਿਕਰ ਸਰ ਵੀ ਕਰਦੇ ਸਨ ਕਿ ਉਹ ਲੰਗਰ ਦਾ ਜਿਹੜਾ ਕਨਸੈਪਟ ਗੁਰੂ ਨੇ ਦਿੱਤਾ ਕਿ ਇਹੋ ਜਿਹਾ ਵਧੀਆ ਲੰਗਰ ਉੱਥੇ ਤਿਆਰ ਹੁੰਦਾ ਸੀ। ਅੱਜ ਜਿਹੜਾ ਅਸੀਂ ਆਪੋ ਆਪਣਾ, ਕਿਉਂਕਿ ਆਪਣਾ ਨਾਮ ਚਾਹੁੰਦੇ ਆ ਨਾ, ਮੇਰਾ ਨਾਮ ਹੋਣਾ, ਮੇਰੇ ਜਥੇ ਨੇ ਇੱਦਾਂ ਦਾ ਕੀਤਾ। ਮੈਂ ਨਾ ਇਹ ਯੂਬਾ ਸਿਟੀ ਇੱਕ ਅਮਰੀਕਾ ਦੇ ਵਿੱਚ, ਉੱਥੇ ਹਰ ਅਕਤੂਬਰ ਦੇ ਮਹੀਨੇ ਵਿੱਚ ਬਹੁਤ ਵੱਡਾ ਗੁਰਪੁਰਬ ਮਨਾਇਆ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦਾ, ਅਤੇ 2.5 ਤੋਂ 3 ਲੱਖ ਸਿੱਖ ਪੂਰੇ ਅਮਰੀਕਾ ਕੈਨੇਡਾ ਵਿੱਚੋਂ ਇਕੱਠੇ ਹੁੰਦੇ ਨੇ। ਇਸ ਵਾਰੀ ਮੈਂ ਗਿਆ ਅਤੇ ਉੱਥੇ ਨਾ ਰੇਡੀਓ ਵਾਲਾ ਆ, ਕਹਿੰਦੇ ਤੁਸੀਂ ਪ੍ਰਚਾਰਕ ਹੋ, ਕੀ ਕਹਿਣਾ ਚਾਹੋਗੇ? ਮੈਂ ਆਖਿਆ ਵੀ ਇੱਕੋ ਗੱਲ ਕਹਿਣੀ ਚਾਹਾਂਗਾ, ਲੰਗਰ ਉੱਥੇ ਵੀ ਇੱਦਾਂ ਹੀ, ਉਹ ਮਹਿੰਗੇ ਮਹਿੰਗੇ ਜਿਹੜੀਆਂ ਚੀਜ਼ਾਂ, ਪੀਜ਼ਾ, ਬਰਗਰ, ਜੇ ਪੈਪਸੀ, ਜੂਸ ਵੰਡਿਆ ਜਾ ਰਿਹਾ ਹੈ, ਐਨ ਸੁੱਟਿਆ ਜਾ ਰਿਹਾ ਹੈ, ਪਰ ਸ਼ਬਦ ਦਾ ਲੰਗਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਲਿਟਰੇਚਰ ਕਿਤੇ ਵੀ ਨਜ਼ਰ ਨਹੀਂ ਆ ਰਿਹਾ, ਸਰੀਰ ਵੱਲ ਹੀ ਸਾਰਾ ਧਿਆਨ ਹੈ। ਤਾਂ ਇਹ ਜਿਹੜਾ ਪੰਗਤ ਦਾ ਜਿੱਥੇ ਲੰਗਰ ਨਾਲ ਸੰਬੰਧ ਹੈ, ਉੱਥੇ ਮਤਲਬ ਸੀ ਕਿ ਉੱਥੇ ਵੀ ਬਰਾਬਰਤਾ, ਸਾਡੇ ਘਰਾਂ ਵਿੱਚ ਵੀ ਇੱਦਾਂ ਹੋ ਜਾਏ, ਸਾਡੇ ਸਮਾਜ ਵਿੱਚ ਵੀ ਇੱਦਾਂ ਹੋ ਜਾਏ। ਇੱਕ ਬੜਾ ਵੱਡਾ ਕ੍ਰਾਂਤੀਕਾਰੀ ਜਿਹੜਾ ਕਦਮ ਗੁਰੂ ਨੇ ਉਠਾਇਆ, ਅਤੇ ਅੱਜ ਸਾਨੂੰ ਸਮਝਣ ਦੀ ਲੋੜ ਹੈ। ਤਾਂ ਹੀ ਇੱਕ ਗੱਲ ਕਹਿ ਕੇ ਮੈਂ ਖਤਮ ਕਰਾਂ, ਬਾਬਾ ਬੁੱਲੇ ਸ਼ਾਹ ਸੂਫੀ ਫਕੀਰ ਹੋਇਆ, ਲੰਗਰ ਦੀ ਪ੍ਰਥਾ ਬਾਰੇ ਬੜਾ ਕਮਾਲ ਦਾ ਲਿਖੋ। ਮਸਜਿਦ ਗਿਆ ਅਤੇ ਕਹਿੰਦੇ ਨੇ ਕੋਈ ਇੱਥੇ ਖਾਣ ਨੂੰ, ਭੁੱਖ ਲੱਗੀ ਸੀ, ਕਹਿੰਦੇ ਨੇ ਇੱਥੇ ਕੋਈ ਇਹੋ ਜਿਹਾ ਸਿਸਟਮ ਨਹੀਂ ਹੈ। ਮੰਦਰ ਗਿਆ, ਉਹ ਪੁਜਾਰੀ ਨੇ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਤੂੰ ਕੌਣ ਹੁੰਦਾ ਮੁਸਲਮਾਨ ਹੋ ਕੇ ਇੱਥੇ ਮੰਦਰ ਵਿੱਚ ਆਉਣ ਵਾਲਾ? ਗੁਰਦੁਆਰੇ ਚਲਾ ਗਿਆ, ਅਤੇ ਸਬੱਬ ਨਾਲ ਉੱਥੇ ਸਮਾਗਮ ਚੱਲ ਰਿਹਾ ਸੀ, ਕੀਰਤਨ ਹੋ ਰਿਹਾ ਸੀ, ਅਤੇ ਉੱਥੇ ਨਾਲ ਹੀ ਨਾ ਉਸਾਰੀ ਚੱਲ ਰਹੀ ਸੀ, ਇਹ ਬਿਲਡਿੰਗ ਬਣ ਰਹੀ ਸੀ ਕੋਈ, ਅਤੇ ਉੱਥੇ ਲੰਗਰ ਵੀ ਛਕਿਆ, ਬੈਠ ਕੇ ਕੀਰਤਨ ਸੁਣਿਆ। ਅਤੇ ਬੁੱਲੇ ਸ਼ਾਹ ਲਿਖਦਾ, ਇੱਟ ਖੜੱਕਾ ਦੁੱਕੜ ਵੱਜੇ, ਨਾਲੇ ਤਪੇ ਚੁੱਲ੍ਹਾ, ਦੁੱਕੜ ਤਬਲਾ, ਇੱਟਾਂ ਦਾ ਖੜਾਕ ਹੋ ਰਿਹਾ, ਅਤੇ ਕਹਿੰਦਾ ਨਾਲੇ ਬੁੱਲੇ ਦਾ ਰੱਬ ਰਾਜੀ, ਨਾਲੇ ਰਾਜੀ ਬੁੱਲਾ। ਇਹ ਲੰਗਰ ਦੀ ਜਿਹੜੀ ਮਹਾਨਤਾ ਹੈ ਕਿ ਕਿਸੇ ਨੂੰ ਅੱਜ ਤੇ ਅਸੀਂ ਵੀ, ਉਹ ਜਿਹੜਾ ਪੁਜਾਰੀ ਕਰਦਾ ਸੀ ਨਾ, ਊਚ ਨੀਚ ਸਾਡੇ ਵਿੱਚ ਆ ਚੁੱਕੀ ਹੈ। ਅਸੀਂ ਵੀ ਗਰੀਬਾਂ ਨੂੰ ਨਹੀਂ ਬੈਠਣ ਦੇ ਰਹੇ, ਬਾਹਾਂ ਫੜ ਫੜ ਕੇ ਅਸੀਂ ਵੀ ਉਠਾ ਰਹੇ ਹਾਂ, ਅਤੇ ਫਿਰ ਪੰਗਤ ਦਾ ਕਨਸੈਪਟ ਤੇ ਖਤਮ ਹੁੰਦਾ ਜਾ ਰਿਹਾ ਹੈ ਨਾ। ਅਸੀਂ ਸੰਭਾਲਣਾ ਹੈ, ਅਸੀਂ ਵਿਚਾਰਨਾ ਹੈ। ਅਸੀਂ ਰੱਜਿਆਂ ਨੂੰ ਰਜਾਈ ਜਾਂਦੇ ਹਾਂ, ਪਰ ਭੁੱਖਿਆਂ ਨੂੰ ਰਜਾਉਣ ਦੀ ਜਿਹੜੀ ਗੱਲ ਸੀ, ਉਹ ਪੰਗਤ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੀ ਸੀ। ਗੁਰੂ ਕਿਰਪਾ ਕਰੇ ਇਹ ਗੱਲਾਂ ਆਪਾਂ ਵਿਚਾਰ ਸਕੀਏ। ਜਿੰਨੀ ਕੁ ਮਹੱਤਵ ਗੁਰੂ ਨੇ ਦਿੱਤੀ, ਆਪ ਇਹਨਾਂ ਵਿਚਾਰਾਂ ਦੇ ਸਾਂਝ ਕੀਤੀ। ਧੰਨਵਾਦ ਚੇਅਰਮੈਨ ਸਾਹਿਬ ਦਾ, ਆਪ ਸਾਰਿਆਂ ਦਾ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਰ ਪ੍ਰਕਾਸ਼ ਸਿੰਘ ਜੀ। ਸੰਗਤ ਪੰਗਤ ਦੀ ਗੱਲ ਹੋ ਰਹੀ ਸੀ,
ਅਕਸਰ ਗੁਰਦੁਆਰੇ ਦੀ ਗੱਲ ਕੀਤੀ। ਗੁਰਦੁਆਰਿਆਂ ਨੂੰ ਜਿਸ ਦੇ ਵੀ ਮਨ ਦੀ ਇਹ ਕਾਢ ਹੈ ਗੁਰਦੁਆਰਾ ਲਿਆਉਣਾ ਬਣਾਉਣ ਦੀ ਗੱਲ, ਤਾਂ ਅਸਲ ਵਿੱਚ ਉਹਦੇ ਮਨ ਵਿੱਚ ਇਹ ਸੀ ਕਿ ਗੁਰਦੁਆਰਾ ਜਿਹੜੇ ਨੇ ਇੱਕ ਸਪਿਰਿਚੁਅਲ ਕਾਲਜ ਨੇ, ਸਕੂਲ ਆਫ ਥਾਟ ਨੇ। ਔਰ ਇਹ ਸਪਿਰਿਚੁਅਲ ਕਾਲਜ ਔਰ ਸਕੂਲ ਆਫ ਥਾਟ ਸੰਗਤ ਦੇ ਕੰਸੈਪਟ ਨਾਲ ਇਹ ਜਿਹੜਾ ਥਾਟਸ ਨੇ ਜਾਂ ਸਪਿਰਿਚੁਅਲ ਨੌਲੇਜ ਹੈ ਇਹ ਹਰ ਬੰਦੇ ਤੱਕ ਪਹੁੰਚੇ। ਹੁਣ ਸਿੱਖਾਂ ਦਾ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਦਾ ਨਿਰਾ ਇਹੀ ਉਪਕਾਰ ਨਹੀਂ ਕਿ ਹਿੰਦੁਸਤਾਨ ਨੂੰ ਖੂਨੀ ਲਟੇਰਿਆਂ ਤੋਂ ਬਚਾਇਆ, ਬਲਕਿ ਸਿੱਖਾਂ ਨੇ ਹਿੰਦੁਸਤਾਨੀਆਂ ਨੂੰ ਇੱਕ ਇਕੱਠੇ ਰਹਿਣ ਦਾ ਸਲੀਕਾ ਵੀ ਸਿਖਾਇਆ, ਜੀਵਨ ਜਾਚ ਵੀ ਸਿਖਾਈ। ਗੁਰੂ ਨਾਨਕ ਸਾਹਿਬ ਨੇ ਦੇਸ਼ ਦੇ ਹਾਲਾਤ ਦੇ ਦੇਖਦਿਆਂ ਹੋਇਆਂ ਲੋਕਾਂ ਦੇ ਸੁਭਾਅ ਦੀ ਉਸਾਰੀ ਕੀਤੀ। ਸੁਣੀਏ ਅੰਧੇ ਪਾਵੇ ਰਾਹ ਦਿਖਾਇਆ ਉਹਨਾਂ ਨੇ। ਤਾਂ ਇਹ ਗੁਰੂਆਂ ਨੇ ਮਿਲ ਕੇ ਬਹਿਣਾ ਸਿਖਾਇਆ ਇਹ ਸੰਗਤ ਪੰਗਤ ਦੇ ਕੰਸੈਪਟ ਦੇ ਨਾਲ। ਉੱਪਰਲੀਆਂ ਜਾਤਾਂ ਦੀ ਸਪਿਰਿਟੀ ਕੰਪਲੈਕਸ, ਇਹਨੂੰ ਕਹਿੰਦੇ ਨੇ ਆਪਾ ਵਧਾਓ ਬਿਰਤੀ, ਅਤੇ ਇੱਕ ਨੀਵੀਆਂ ਜਾਤਾਂ ਦੀ ਆਪਾ ਘਟਾਓ ਜਿਹਨੂੰ ਇਨਫੀਰਿਟੀ ਕੰਪਲੈਕਸ ਕਹਿੰਦੇ ਨੇ, ਇਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਸਪਿਰਿਟੀ ਕੰਪਲੈਕਸ ਅਤੇ ਇਨਫੀਰਿਟੀ ਕੰਪਲੈਕਸ ਨੂੰ ਦੂਰ ਕਰਨ ਦੀ ਗੱਲ ਕੀਤੀ ਸੰਗਤ ਪੰਗਤ ਦੇ ਕੰਸੈਪਟ ਦੇ ਨਾਲ। ਮੈਂ ਜਿਹੜੀ ਲੰਗਰ ਦੀ ਸੰਸਥਾ ਦੀ ਗੱਲ ਕਰ ਰਿਹਾ ਤਾਂ ਇੱਕ ਦੋ ਗੱਲਾਂ ਜ਼ਰੂਰ ਸਮਝਣੀਆਂ, ਕਿਉਂਕਿ ਇਹ ਜਿਹੜੀ ਲੰਗਰ ਦੀ ਸੰਸਥਾ ਹੈ ਇਹ ਮਹੱਲੇ ਵਿੱਚ ਗਲੀ 'ਚ ਗੁਰਦੁਆਰੇ ਨੇ ਔਰ ਉੱਥੇ ਲੰਗਰ ਹੈ। ਜਿੱਥੇ ਗੁਰਦੁਆਰਾ ਹੈ ਉੱਥੇ ਲੰਗਰ ਜ਼ਰੂਰ ਹੈ। ਔਰ ਜਦੋਂ ਸਾਡੇ ਇਹ ਨਗਰ ਕੀਰਤਨ ਹੁੰਦੇ ਨੇ ਔਰ ਉਹਦੇ ਵਿੱਚ ਜਿਹੜੀ ਲੰਗਰ ਦੀ ਪ੍ਰਥਾ ਹੈ ਕਿ ਹਰ 50 ਗਜ਼ ਬਾਅਦ 100 ਗਜ਼ ਬਾਅਦ ਅਸੀਂ ਦੇਖਦੇ ਹਾਂ। ਤਾਂ ਲੰਗਰ ਦੀ ਸੰਸਥਾ ਦੀ ਫਿਲੋਸਫੀਕਲ ਨੂੰ ਆਪਾਂ ਥੋੜ੍ਹਾ ਸਮਝ ਲਈਏ। ਕਈ ਕਹਿੰਦੇ ਨੇ ਕਿ ਆਮ ਤੌਰ 'ਤੇ ਕਿਹਾ ਜਾਂਦਾ ਕਿ ਲੰਗਰ ਦੀ ਜਿਹੜੀ ਪ੍ਰਥਾ ਹੈ ਇਹ ਜਦੋਂ 20 ਰੁਪਏ ਪਿਤਾ ਨੇ ਦਿੱਤੇ ਗੁਰੂ ਨਾਨਕ ਨੂੰ ਅਤੇ ਭੁੱਖੇ ਸਾਧੂਆਂ ਨੂੰ, ਉੱਥੋਂ ਲੰਗਰ ਦੀ ਪ੍ਰਥਾ। ਪਰ ਕੁਛ ਵਿਦਵਾਨਾਂ ਨੇ ਫਿਲੋਸਫੀਕਲੀ ਇਹ ਕਿਹਾ ਕਿ ਲੰਗਰ ਦੀ ਜਿਹੜੀ ਫਿਲੋਸਫੀ ਹੈ ਉਹ ਇਹ ਹੈ ਕਿ ਆਪਣੀ ਕੀਤੀ ਨੇਕ ਕਮਾਈ ਵਿੱਚੋਂ ਜੋ ਤੁਸੀਂ ਦਸਵੰਧ ਕੱਢ ਕੇ ਜਾਂ ਅਲੱਗ ਪੈਸੇ ਕਰਕੇ ਕੋਈ ਲੰਗਰ ਕਿਸੇ ਨੂੰ ਖਾਣਾ ਖਵਾਓਗੇ, ਲੰਗਰ ਉਹ ਹੈ। ਅਤੇ ਉਹ ਕਹਿੰਦੇ ਨੇ ਕਿ ਇਹ ਜਿਹੜੇ 20 ਰੁਪਏ ਸੀ ਇਹ ਤਾਂ ਪਿਤਾ ਦੇ ਪੈਸੇ ਸੀ, ਇਹ ਗੁਰੂ ਨਾਨਕ ਨੇ ਲੰਗਰ ਪ੍ਰਥਾ ਗੁਰੂ ਨਾਨਕ ਨੇ ਹੀ ਸ਼ੁਰੂ ਕੀਤੀ। ਲੇਕਿਨ ਜਦੋਂ 4 ਉਦਾਸੀਆਂ ਤੋਂ ਬਾਅਦ ਕੀਰਤਪੁਰ ਸਾਹਿਬ ਆ ਕੇ ਖੁਦ ਐਗਰੀਕਲਚਰ ਕੀਤੀ, ਖੇਤੀਬਾੜੀ ਕੀਤੀ, ਔਰ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਇਹ ਲੰਗਰ ਚਲਾਇਆ, ਜਿਹੜਾ ਲੋਕਾਂ ਨੂੰ ਇਕੱਠਾ ਕਰਕੇ ਜਿਹੜਾ ਕਰਤਾਰਪੁਰ ਸ਼ਹਿਰ ਵਸਾਇਆ ਔਰ ਸਾਰੀ ਲੰਗਰ ਦੀ ਗੱਲ ਉੱਥੇ ਕੀਤੀ। ਲੰਗਰ ਦੀ ਪ੍ਰਥਾ ਕਰਤਾਰਪੁਰ ਤੋਂ ਸ਼ੁਰੂ ਹੋਈ। ਇਸ ਨੂੰ ਬੜਾ ਸਮਝਣਾ। ਹੁਣ ਜਿਹੜਾ ਅਸੀਂ ਦੇਖ ਰਹੇ ਹਾਂ ਹੋ ਰਿਹਾ ਸਾਡੇ ਆਸ-ਪਾਸ, ਉਹ ਤਾਂ ਇਹ ਹੋ ਰਿਹਾ ਕਿ ਹੁਣ ਤਾਂ ਉਗਰਾਹੀਆਂ ਵੀ ਹੁੰਦੀਆਂ ਨੇ ਔਰ ਲੰਗਰ ਹਲਵਾਈ ਬਣਾਉਂਦੇ ਨੇ। ਦੇਖ ਲਓ ਕੋਈ ਗੁਰਪੁਰਬ ਹੋਵੇ, ਦੇਖੋ ਉੱਥੇ ਹਲਵਾਈ ਬੈਠੇ ਨੇ, ਚਾਹੇ ਨਗਰ ਕੀਰਤਨਾਂ 'ਚ। ਇਸ ਗੱਲ ਨੂੰ ਥੋੜ੍ਹਾ ਜਿਹਾ ਸਮਝੀਏ, ਕਿਉਂਕਿ ਤੁਸੀਂ ਸਾਰੇ ਇਨਵੋਲਵ ਹਾਂ ਇਹਨਾਂ ਚੀਜ਼ਾਂ ਦੇ ਵਿੱਚ। ਇਸ ਗੱਲ ਨੂੰ ਜ਼ਰੂਰ ਅਸੀਂ ਸਮਝੀਏ। ਸਪਿਰਚੁਅਲਿਟੀ ਵਿੱਚ ਫਿਲੋਸਫੀਕਲ ਦੇਖੀਏ ਤਾਂ ਇਹ ਯੂਨੀਵਰਸ ਜਿਹੜੀ ਹੈ ਇਹੀ ਸੰਗਤ ਦੀ ਖੇਡ ਹੈ। 5 ਤੱਤਾਂ ਦਾ ਯੂਨੀਵਰਸ ਬਣਿਆ, ਜੋ ਬ੍ਰਹਮੰਡੇ ਸੋਈ ਪਿੰਡੇ, ਔਰ 5 ਤੱਤਾਂ ਦਾ ਸਰੀਰ ਬਣਿਆ। ਅਤੇ 5 ਤੱਤਾਂ ਦੀ ਸੰਗਤ ਨਾਲ ਹੀ ਤਾਂ ਯੂਨੀਵਰਸ ਬਣ ਗਈ, ਅਤੇ 5 ਤੱਤਾਂ ਦੀ ਸੰਗਤ ਨਾਲ ਇਹ ਬਾਡੀ ਬਣੀ ਹੋਈ ਹੈ। ਵੀ ਆਰ ਦਾ ਪ੍ਰੋਡਕਟ ਆਫ ਸੰਗਤ। ਇਹ ਫਿਲੋਸਫੀਕਲ ਗੱਲ ਸਮਝਣਾ। ਅੱਗ ਅਤੇ ਪਾਣੀ ਇੱਕ ਦੂਜੇ ਦੇ ਵਿਰੋਧੀ ਨੇ, ਪਰ ਸੰਗਤ ਕਰਵਾਤੀ ਗੁਰੂ ਨੇ ਐਸੀ, ਉਹਦੇ ਵਿੱਚੋਂ ਇਹ ਐਡੇ ਸੋਹਣੇ ਮਨੁੱਖ ਹੁਕਮ ਮਿਲੇ ਵਡਿਆਈ, ਕਿ ਪੂਰੀ ਜਿੰਨੀਆਂ ਲਿਵਿੰਗ ਬੀਇੰਗਸ ਨੇ ਉਹਦੇ ਸਭ ਤੋਂ ਵੱਡੀ ਵਡਿਆਈ ਮਨੁੱਖ ਜਾਤੀ ਨੂੰ ਹੈ ਜਾਂ ਮਨੁੱਖਤਾ ਨੂੰ ਹੈ। ਉਹ ਇਸ ਲਈ ਕਿ ਕਿੱਡਾ ਸੋਹਣਾ ਨਾਲ ਦਿਮਾਗ ਵੀ ਦੇਤੀ, ਬੁੱਧੀ ਵੀ ਦੇਤੀ। ਇਹ ਵੀ ਇੱਕ ਸੰਗਤ ਦਾ ਕੰਸੈਪਟ ਹੈ। ਉਹਦੇ ਲਈ ਗੁਰਬਾਣੀ ਦੇ ਵਿੱਚ ਸ਼ਬਦ ਨੇ 2। ਇੱਕ ਤਾਂ ਪੌਣ ਉਪਾਏ ਦਰੀ ਸਭ ਧਰਤੀ ਜਲ ਅਗਨੀ ਕਾ ਬੰਦ ਕੀਆ। ਹੀ ਕ੍ਰੀਏਟਡ ਦਾ ਏਅਰ ਐਂਡ ਹੀ ਸਪੋਰਟਸ ਦਾ ਹੋਲ ਵਰਲਡ। ਹੀ ਬਾਉਂਡਸ ਵਾਟਰ ਐਂਡ ਫਾਇਰ ਟੂਗੈਦਰ। ਔਰ ਫਿਰ ਦੂਸਰੀ ਬੜੀ ਖੂਬਸੂਰਤ ਲਾਈਨ ਹੈ ਕਿ ਪੌਣ ਪਾਣੀ ਅਗਨੀ ਇੱਕ ਵਾਸਾ, ਆਪੇ ਕੀਤਾ ਖੇਲ ਤਮਾਸਾ। ਬਦਲੀ ਜਲ ਨਿਵਾਰੇ ਕਿਰਪਾ ਤੇ ਆਪੇ ਜਲ ਨਿਧ ਪਾਏ ਦਾ। ਕਿ ਵਿਦ ਦਾ ਬੋਡੀ ਆਫ ਏਅਰ ਵਾਟਰ ਐਂਡ ਫਾਇਰ ਦਾ ਵਨ ਲੋਰਡ ਡਵੈਲਸ। ਆਪੇ ਕੀਤਾ ਖੇਲ ਤਮਾਸਾ ਦਾ ਮਤਲਬ ਜਿਹੜਾ ਦਾ ਵਨ ਲੋਰਡ ਡਵੈਲਸ। ਬਾਈ ਹਿਸ ਗ੍ਰੇਸ ਵਾਟਰ ਪੁੱਟਸ ਆਊਟ ਦਾ ਬਰਨਿੰਗ ਫਾਇਰ। ਹੀ ਹਿਮਸੈਲਫ ਸਟੋਰਸ ਇਟ ਅਪ ਇਨ ਵਾਟਰ ਓਸ਼ਨ।
ਤੋ ਇਹ ਜਿਹੜੀ ਗੱਲ ਹੈ ਕਿ ਮੈਂ ਅਸਲੀ ਗੱਲ ਇਹ ਕਹਿਣਾ ਚਾਹੁੰਦਾ ਸੀ ਕਿ ਇਹ ਜਿਹੜਾ ਸਾਡਾ ਬੋਡੀ ਹੈ ਜਾਂ ਇਹ ਪੂਰੀ ਯੂਨੀਵਰਸ ਹੈ, ਇਹ ਵੀ ਸੰਗਤ ਦੀ ਪ੍ਰੋਡਕਟ ਹੈ। ਫਿਲੋਸਫੀਕਲੀ ਇਸ ਨੂੰ ਅਸੀਂ ਸਮਝਾ ਸਕਦੇ ਹਾਂ, ਔਰ ਇੰਡੀਅਨ ਫਿਲੋਸਫੀ ਔਰ ਭਗਤੀ ਲਹਿਰ ਤੇ ਧਰਮ ਸਾਧਨਾ ਦੇ ਖੇਤਰ ਦੇ ਵਿੱਚ ਸੰਗਤ, ਸਤ ਸੰਗਤ ਦਾ ਬਹੁਤ ਮਹੱਤਵ ਹੈ। ਸਤ ਸੰਗਤ ਦਾ ਜੇ ਸਹੀ ਮੈਨੇ ਵਿੱਚ ਗੱਲ ਪੁੱਛੋ ਤਾਂ ਬੀ ਟਰੂਥਫੁਲ ਟੂ ਯੂਅਰ ਸੈਲਫ ਫਸਟ। ਸਤ ਤੇ ਬੋਡੀ ਜਿਹੜੀ ਅਸੀਂ ਹੈਗੇ ਆ, ਇਹਦੀ ਵੀ ਸੰਗਤ ਜ਼ਰੂਰੀ ਹੈ। ਬੀ ਟਰੂਥਫੁਲ ਟੂ ਯੂਅਰ ਸੈਲਫ। ਤੋ ਅਸੀਂ ਕਹਿ ਸਕਦੇ ਹਾਂ ਕਿ ਸਤ ਸੰਗਤ ਰੂਹਾਨੀਅਤ ਦੀ ਉਹ ਸੰਸਥਾ ਹੈ ਜਿਸ ਨਾਲ ਰੱਬੀ ਇਸ਼ਕ ਦਾ ਪਾਠ ਪੜ੍ਹਾਇਆ ਜਾਂਦਾ ਹੈ। ਤੋ ਇਹ ਸੰਗਤ ਦੀ ਮਹਾਨਤਾ ਜਿਹੜੀ ਹੈ ਉਹ ਵਾਰ-ਵਾਰ ਗੁਰੂ ਸਾਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਤੋ ਇਸ ਲਈ ਸਧਾਰਨ ਜੀਵਨ ਵਿੱਚ ਮਨੁੱਖੀ ਸ਼ਖਸੀਅਤ ਨੂੰ ਗੜਨ ਵਾਸਤੇ ਜਾਂ ਉਸ ਦੀ ਇੱਕ ਚੰਗੇ ਮਨੁੱਖ ਦੀ ਸਿਰਜਣਾ ਵਾਸਤੇ ਜਿਹੜਾ ਸੰਗਤ ਦਾ ਕਨਸੈਪਟ ਹੈ ਉਹ ਬਹੁਤ